नमस्कार दोस्तों, स्वागत है आपका हमारे यूट्यूब चैनल एग्ज़ाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਵਰਧਨ ਰਾਜਵੰਸ਼ ਤੇ ਜਾਂ ਹਰਸ਼ਵਰਧਨ। ਹਾਂਜੀ, ਵਰਧਨ ਜਿਹੜਾ ਰਾਜਵੰਸ਼ ਹੈ ਉਹਦਾ ਟਾਈਮ ਪੀਰੀਅਡ 505 ਈਸਵੀ ਤੋਂ ਲੈ ਕੇ 647 ਈਸਵੀ ਤੱਕ ਹੈ। ਚੱਲਦੇ ਹਾਂ ਜੀ ਅੱਜ ਦੇ ਇਸ ਟੌਪਿਕ ਤੇ। ਹਾਂਜੀ, ਕੁਝ ਮਹੱਤਵਪੂਰਨ ਜਾਣਕਾਰੀ ਜਿਹੜੀ ਤੁਸੀਂ ਧਿਆਨ 'ਚ ਰੱਖਣੀ ਹੈ। ਵਰਧਨ ਰਾਜਵੰਸ਼ ਦਾ ਸਭ ਤੋਂ ਪਹਿਲਾਂ ਪਿਛੋਕੜ 6ਵੀਂ ਸਦੀ ਦੇ ਵਿੱਚ ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਉੱਤਰ ਭਾਰਤ ਕਈ ਛੋਟੇ-ਛੋਟੇ ਜਿਹੜੇ ਹੈ ਸੁਤੰਤਰ ਰਾਜਾਂ ਦੇ ਵਿੱਚ ਵੰਡਿਆ ਗਿਆ ਤੇ ਇਹਨਾਂ ਸਾਰੇ ਸੁਤੰਤਰ ਰਾਜਾਂ ਦੇ ਵਿੱਚੋਂ ਵਰਧਨ ਰਾਜਵੰਸ਼ ਸਭ ਤੋਂ ਜ਼ਿਆਦਾ ਪ੍ਰਸਿੱਧ ਸੀ। ਠੀਕ ਹੈ ਜੀ। ਤੇ ਇਸ ਵਰਧਨ ਰਾਜ ਦੀ ਜਿਹੜੀ ਰਾਜਧਾਨੀ ਸੀ ਉਹ ਥਾਨੇਸ਼ਵਰ ਸੀ, ਜਿਹਦਾ ਸ਼ਬਦੀ ਅਰਥ ਹੈ ਈਸ਼ਵਰ ਦਾ ਘਰ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਉਸੇ ਹੀ ਸਮੇਂ ਦੱਖਣ ਭਾਰਤ ਦੇ ਵਿੱਚ ਚਾਲਕਿਆ, ਪੱਲਵ ਤੇ ਪਾਂਡਿਆ ਰਾਜਾਂ ਦੀ ਸਥਾਪਨਾ ਹੋਈ। ਇਹਨਾਂ ਦੇ ਵਿੱਚੋਂ ਚਾਲਕਿਆ ਤੇ ਪੱਲਵ ਬਹੁਤ ਜ਼ਿਆਦਾ ਪ੍ਰਸਿੱਧ ਹੋਏ। ਵਰਧਨ ਰਾਜਵੰਸ਼ ਬਾਰੇ ਆਪਾਂ ਨੂੰ ਕਿੱਥੋਂ ਇਤਿਹਾਸਿਕ ਜਿਹੜੀ ਜਾਣਕਾਰੀ ਮਿਲਦੀ ਹੈ, ਕਿਹੜੇ ਸਰੋਤ ਹੈ। ਸਭ ਤੋਂ ਜ਼ਿਆਦਾ ਮਹੱਤਵਪੂਰਨ ਜਿਹੜਾ ਸਰੋਤ ਹੈ ਉਹ ਹੈ ਬਾਣਭੱਟ ਦਾ ਹਰਸ਼ਚਰਿਤ, ਹਿਊਨ-ਸਾਂਗ ਦੀ ਸੀਜੂਕੀ। ਹਿਊਨ-ਸਾਂਗ ਇੱਕ ਚੀਨੀ ਯਾਤਰੀ ਸੀ, ਹਰਸ਼ਵਰਧਨ ਦੇ ਕਾਲ ਵਿੱਚ ਆਇਆ ਸੀ। ਹਾਂਜੀ, ਇਹ 629 ਈਸਵੀ ਦੇ ਵਿੱਚ ਆਇਆ ਸੀਗਾ, ਧਿਆਨ 'ਚ ਰੱਖ ਲੈਣਾ। 629 ਈਸਵੀ ਤੋਂ ਲੈ ਕੇ 643 ਈਸਵੀ, ਲਗਭਗ 15 ਸਾਲ ਆ ਜਿਹੜਾ ਉਹ ਇਸ ਕਾਲ ਦੇ ਹਰਸ਼ਵਰਧਨ ਦੇ ਕਾਲ ਦੇ ਵਿੱਚ ਹਿਊਨ-ਸਾਂਗ ਰਿਹਾ। ਇਸ ਤੋਂ ਬਿਨਾਂ ਹਰਸ਼ਵਰਧਨ ਦੇ 2 ਸ਼ਿਲਾਲੇਖ ਲਿਖੇ ਸੀ, ਬਾਂਸਖੇੜਾ ਸ਼ਿਲਾਲੇਖ ਤੇ ਮਧੂਬਨ ਸ਼ਿਲਾਲੇਖ। ਇਸ ਤੋਂ ਵੀ ਆਪਾਂ ਨੂੰ ਵਰਧਨ ਰਾਜਵੰਸ਼ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਹਾਂਜੀ, ਜਿਹੜਾ ਚਾਲਕਿਆ ਸ਼ਾਸਕ ਸੀਗਾ ਪੁਲਕੇਸ਼ਨ ਦੂਜਾ, ਉਸਨੇ ਇਹੋਲ ਸ਼ਿਲਾਲੇਖ ਲਿਖਾਇਆ ਸੀਗਾ। ਠੀਕ ਹੈ ਜੀ, ਰਵੀ ਕੀਰਤੀ ਤੋਂ। ਇਹਦੇ ਵਿੱਚ ਉਸਨੇ ਆਪਣੀ ਜਿੱਤ ਦਾ ਵਰਣਨ ਕੀਤਾ ਸੀਗਾ। ਹਰਸ਼ਵਰਧਨ ਨੂੰ ਉਸਨੇ ਹਰਾਇਆ ਸੀ ਨਰਮਦਾ ਨਦੀ ਦੇ ਤੱਟ ਤੇ। ਠੀਕ ਹੈ ਜੀ, ਇਹੋਲ ਸ਼ਿਲਾਲੇਖ ਦੇ ਵਿੱਚ ਇਹ ਦਰਜ ਹੈ। ਇੱਥੋਂ ਵੀ ਆਪਾਂ ਨੂੰ ਵਰਧਨ ਰਾਜਵੰਸ਼ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਤੋਂ ਬਿਨਾਂ ਹਰਸ਼ ਕਾਲ ਦੇ ਵਿੱਚ ਜਿੰਨੇ ਵੀ ਸਿੱਕੇ ਬਣੇ ਆਏ ਹੈ, ਹੋਂਦ ਵਿੱਚ ਆਪਾਂ ਨੂੰ ਪ੍ਰਾਪਤ ਹੋਏ ਆ, ਉਹ ਤੋਂ ਵੀ ਆਪਾਂ ਨੂੰ ਵਰਧਨ ਰਾਜਵੰਸ਼ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਠੀਕ ਹੈ, ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਹਾਂਜੀ, ਪੁਸ਼ਿਆਭੂਤੀ ਰਾਜਵੰਸ਼ ਜਾਂ ਵਰਧਨ ਰਾਜਵੰਸ਼। ਹਾਂਜੀ, ਵਰਧਨ ਰਾਜਵੰਸ਼ ਦਾ ਹੀ ਦੂਸਰਾ ਨਾਂ ਹੈ ਜਿਹੜਾ ਉਹ ਪੁਸ਼ਿਆਭੂਤੀ ਰਾਜਵੰਸ਼ ਹੈ। ਪੁਸ਼ਿਆਭੂਤੀ ਰਾਜਵੰਸ਼ ਜਾਂ ਵਰਧਨ ਰਾਜਵੰਸ਼ ਦੀ ਸਥਾਪਨਾ 6ਵੀਂ ਸਦੀ ਈਸਵੀ ਦੇ ਵਿੱਚ, ਯਾਨੀ ਕਿ 505 ਈਸਵੀ ਦੇ ਵਿੱਚ, ਠੀਕ ਹੈ ਜੀ, ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਵਿੱਚ, ਧਿਆਨ ਕਰ ਲੈਣਾ, ਥਾਨੇਸ਼ਵਰ ਵਿਖੇ ਗੁਪਤ ਰਾਜਵੰਸ਼ ਦੇ ਪਤਨ ਤੋਂ ਬਾਅਦ ਹੋਇਆ। ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਸਵਾਲ ਪੁੱਛਿਆ ਜਾਏਗਾ ਵੀ ਵਰਧਨ ਰਾਜਵੰਸ਼ ਦੀ ਜਿਹੜੀ ਸਥਾਪਨਾ ਕਦੋਂ ਹੋਈ, ਤਾਂ 6ਵੀਂ ਸਦੀ ਲਿਖਣੀ ਹੈ। ਬਹੁਤੇ 5ਵੀਂ ਸਦੀ ਲਿਖੇ ਹੋਣਗੇ ਕਿਉਂਕਿ ਜਦੋਂ ਵੀ 501 ਤੋਂ ਚੱਲ ਜਾਂਦਾ ਤਾਂ 6ਵੀਂ ਸਦੀ ਬਣ ਜਾਂਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ। ਜ਼ਿਲ੍ਹਾ ਅੰਬਾਲਾ ਤੇ ਸਟੇਟ ਹਰਿਆਣਾ ਤੇ ਰਾਜਧਾਨੀ ਸੀ ਇਹਦੀ ਥਾਨੇਸ਼ਵਰ। ਥਾਨੇਸ਼ਵਰ ਦਾ ਮਤਲਬ ਹੈ ਈਸ਼ਵਰ ਦਾ ਘਰ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਦੇ ਵਿੱਚ ਜਿਹੜਾ ਹੈ ਵਰਧਨ ਰਾਜਵੰਸ਼ ਹੈ ਉਹਦੀ ਸਥਾਪਨਾ ਹੋਈ ਸੀ ਤੇ ਗੁਪਤ ਰਾਜਵੰਸ਼ ਦੇ ਪਤਨ ਤੋਂ ਬਾਅਦ। ਹਾਂਜੀ, ਇਸ ਵੰਸ਼ ਦਾ ਜਿਹੜਾ ਸੰਸਥਾਪਕ ਹੈ ਉਹ ਪੁਸ਼ਿਆਭੂਤੀ ਮੰਨਿਆ ਜਾਂਦਾ ਹੈ। ਠੀਕ ਹੈ, ਪਰ ਇਹਦਾ ਕੋਈ ਵੀ ਇਤਿਹਾਸਿਕ ਸਰੋਤ ਪ੍ਰਾਪਤ ਨਹੀਂ ਹੋਇਆ। ਠੀਕ ਹੈ ਜੀ, ਵੀ ਇਹ ਕਹਿੰਦੇ ਪੁਸ਼ਿਆਭੂਤੀ ਸ਼ਿਵ ਦਾ ਉਪਾਸਕ ਸੀ ਤੇ ਉਹਦਾ ਪਰਮ ਭਗਤ ਸੀ। ਪੁਸ਼ਿਆਭੂਤੀ ਜਾਂ ਵਰਧਨ ਰਾਜਵੰਸ਼ ਦੇ ਰਾਜੇ, ਸਭ ਤੋਂ ਪਹਿਲਾਂ ਹੈ ਰਾਜਾ ਜੀ ਪੁਸ਼ਿਆਭੂਤੀ। ਇਤਿਹਾਸਕਾਰ ਇਸ ਨੂੰ ਸਵੀਕਾਰ ਨਹੀਂ ਕਰਦੇ। ਇਹਦਾ ਕਾਰਨ ਇਹ ਹੈ ਕਿ ਵੀ ਜੋ ਵੀ ਹਰਸ਼ਚਰਿਤ ਦੇ ਨਾਟਕ ਹੈ, ਬਾਣਭੱਟ ਜਾਂ ਹਿਊਨ-ਸਾਂਗ ਦੀ ਸੀਜੂਕੀ ਹੈ, ਉਹਦੇ ਵਿੱਚ ਇਹਦਾ ਕੋਈ ਵਰਣਨ ਨਹੀਂ ਮਿਲਦਾ। ਨਰਵਰਧਨ, ਇਹਦਾ ਜਿਹੜਾ ਸ਼ਾਸਨਕਾਲ 505 ਤੋਂ ਲੈ ਕੇ 525 ਈਸਵੀ ਤੱਕ ਹੈ। ਹਾਂਜੀ, ਇਸੇ ਨੂੰ ਹੀ ਜਿਹੜਾ ਹਰਸ਼ਵਰਧਨ ਹੈ ਜਿਹੜਾ ਉਹ ਆਪਣਾ ਜਿਹੜਾ ਹੈ ਸਭ ਤੋਂ ਪਹਿਲਾਂ ਜਿਹੜਾ ਰਾਜਾ ਮੰਨਦਾ ਹੈ ਆਪਣੇ ਵੰਸ਼ ਦਾ, ਤੇ ਇਤਿਹਾਸਕਾਰ ਵੀ ਇਸ ਨੂੰ ਵਰਧਨ ਵੰਸ਼ ਦਾ ਜਿਹੜਾ ਸੰਸਥਾਪਕ ਆ ਉਹ ਮੰਨਦੇ ਆ। ਠੀਕ ਹੈ, ਧਿਆਨ ਰੱਖਣਾ ਹੈ। ਜੇ ਤੁਹਾਨੂੰ ਸਵਾਲ ਆ ਜੇ ਪੁਸ਼ਿਆਭੂਤੀ ਰਾਜਵੰਸ਼ ਜਾਂ ਵਰਧਨ ਰਾਜਵੰਸ਼ ਦਾ ਸੰਸਥਾਪਕ ਕੌਣ ਸੀ, ਤਾਂ ਆਨਸਰ ਲਗਾ ਕੇ ਉਹਨਾਂ ਨਰਵਰਧਨ ਤੇ। ਠੀਕ ਹੈ ਜੀ, 505 ਤੋਂ ਲੈ ਕੇ 525 ਈਸਵੀ ਤੱਕ ਇਹਦਾ ਸ਼ਾਸਨਕਾਲ ਸੀ। ਹਾਂਜੀ, ਉਹਦਾ ਬੇਟਾ ਸੀਗਾ ਰਾਜਵਰਧਨ ਪਹਿਲਾ। ਠੀਕ ਹੈ ਜੀ, 2 ਰਾਜਵਰਧਨ ਹੋਏ ਆ ਇਸ ਸ਼ਾਸਨ ਦੇ ਵਿੱਚ। ਰਾਜਵਰਧਨ ਪਹਿਲਾ 525 ਤੋਂ ਲੈ ਕੇ 555 ਤੱਕ ਇਹਦਾ ਸ਼ਾਸਨਕਾਲ ਸੀਗਾ। ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਨੇ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਅਦਿੱਤਿਆ ਵਰਧਨ। ਠੀਕ ਹੈ, ਇਹਦਾ ਟਾਈਮ ਪੀਰੀਅਡ 555 ਤੋਂ ਲੈ ਕੇ 580 ਈਸਵੀ ਤੱਕ ਹੈ। ਫਿਰ ਹੈ ਜੀ ਆਪਣੇ ਕੋਲ ਪ੍ਰਭਾਕਰ ਵਰਧਨ। ਇਹਦਾ ਟਾਈਮ ਪੀਰੀਅਡ 580 ਤੋਂ ਲੈ ਕੇ 605 ਈਸਵੀ ਤੱਕ ਹੈ। ਫਿਰ ਉਹਦਾ ਵੱਡਾ ਬੇਟਾ ਰਾਜਵਰਧਨ, ਇਹਨੂੰ ਰਾਜਵਰਧਨ ਦਵਿਤੀय ਜਾਂ ਦੂਸਰਾ ਕਹਾਂਗੇ ਆਪਾਂ। ਠੀਕ ਹੈ ਜੀ, ਇਹ ਪ੍ਰਭਾਕਰ ਵਰਧਨ ਦਾ ਪੁੱਤਰ ਸੀ ਤੇ ਇਹਦਾ ਜਿਹੜਾ ਟਾਈਮ ਪੀਰੀਅਡ ਹੈ 605 ਤੋਂ 606 ਈਸਵੀ ਤੱਕ। ਤੇ ਲਾਸਟ ਸਭ ਤੋਂ ਇੰਪੋਰਟੈਂਟ ਜਿਹੜਾ ਸੀਗਾ ਇਸ ਵੰਸ਼ ਦਾ ਜਿਹੜਾ ਰਾਜਾ ਸੀ ਉਹ ਹਰਸ਼ਵਰਧਨ ਸੀਗਾ। ਠੀਕ ਹੈ ਜੀ, ਤੇ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ 606 ਤੋਂ ਲੈ ਕੇ 647 ਤੱਕ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ। ਅੱਜ ਵੀ ਭਾਰਤ ਵਿੱਚ ਹਿਊਨ-ਸਾਂਗ ਨੂੰ ਯਾਦ ਕਰਨ ਦਾ ਮੁੱਖ ਕਾਰਨ ਕੀ ਹੈ? ਹਾਂਜੀ, ਇਹਦਾ ਮੁੱਖ ਕਾਰਨ ਉਹਦੀ ਜਿਹੜੀ ਰਚਨਾ ਹੈ ਜਿਹੜੀ ਸੀਜੂਕੀ, ਜਿਹਦੇ ਵਿੱਚ ਉਸਨੇ ਭਾਰਤੀ ਇਤਿਹਾਸ ਨੂੰ ਦਰਜ ਕੀਤਾ ਹੈ, ਜਿਹਦੇ ਕਰਕੇ ਭਾਰਤ ਵਿੱਚ ਅੱਜ ਵੀ ਹਿਊਨ-ਸਾਂਗ ਨੂੰ ਯਾਦ ਕੀਤਾ ਜਾਂਦਾ ਹੈ। ਵਰਧਨ ਵੰਸ਼ ਦੀ ਜਿਹੜੀ ਰਾਜਧਾਨੀ ਹੈ ਥਾਨੇਸ਼ਵਰ, ਇਸ ਸਮੇਂ ਕਿੱਥੇ ਸਥਿਤ ਹੈ? ਹਾਂਜੀ, ਅੰਬਾਲਾ ਜ਼ਿਲ੍ਹਾ ਹਰਿਆਣੇ ਦੇ ਵਿੱਚ ਸਥਿਤ ਹੈ। ਹਰਸ਼ਵਰਧਨ ਨਾਲ ਸੰਬੰਧਿਤ ਸ਼ਿਲਾਲੇਖ, ਹਾਂਜੀ, ਬਾਂਸਖੇੜਾ ਸ਼ਿਲਾਲੇਖ ਤੇ ਮਧੂਬਨ ਸ਼ਿਲਾਲੇਖ, ਇਹ ਦੋਨੋਂ ਦੇ ਦੋਨੋਂ ਹੀ ਸ਼ਿਲਾਲੇਖ ਹੈ ਜਿਹੜੇ ਹਰਸ਼ਵਰਧਨ ਨਾਲ ਸੰਬੰਧਿਤ ਹੈ। ਇਹਦਾ ਰਾਈਟ ਆਨਸਰ ਹੋਏਗਾ ਫਿਰ ਸੀ, ਉਪਰੋਕਤ ਦੋਵੇਂ ਠੀਕ ਹਨ। ਕੁਝ ਹੋਰ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। ਹਾਂਜੀ, ਵਰਧਨ ਰਾਜੇ ਚੱਲਦੇ ਆਪਾਂ। ਸਭ ਤੋਂ ਪਹਿਲਾਂ ਸੀ ਰਾਜਾ ਨਰਵਰਧਨ। ਇਹਦਾ ਟਾਈਮ ਪੀਰੀਅਡ 505 ਤੋਂ ਲੈ ਕੇ 525 ਹੈ ਜੀ, ਧਿਆਨ 'ਚ ਰੱਖ ਲੈਣਾ ਹੈ। 505 ਤੋਂ ਲੈ ਕੇ 525 ਤੱਕ ਇਹਦਾ ਸ਼ਾਸਨ ਪੀਰੀਅਡ ਹੈ ਜੀ। ਤੇ ਇਹਨੇ ਇਸੇ ਨੂੰ ਹੀ ਵਰਧਨ ਵੰਸ਼ ਦਾ ਜਿਹੜਾ ਸੰਸਥਾਪਕ ਜਾਂ ਮੋਢੀ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਤੇ ਇਹਦੀ ਜਿਹੜੀ ਰਾਜਧਾਨੀ ਸੀਗੀ ਉਹ ਥਾਨੇਸ਼ਵਰ ਸੀ। ਹਾਂਜੀ, ਉਸ ਤੋਂ ਬਾਅਦ ਜਿਹੜਾ ਰਾਜਵਰਧਨ ਆਇਆ, ਰਾਜਵਰਧਨ ਦਾ ਜਿਹੜਾ ਟਾਈਮ ਪੀਰੀਅਡ ਹੈ 525 ਤੋਂ ਲੈ ਕੇ 555 ਤੱਕ ਹੈ ਜੀ। ਤੇ ਉਸ ਤੋਂ ਬਾਅਦ ਉਹਦਾ ਬੇਟਾ ਅਦਿੱਤਿਆ ਵਰਧਨ ਆਇਆ। ਇਹਦਾ ਟਾਈਮ ਪੀਰੀਅਡ 555 ਤੋਂ ਲੈ ਕੇ 580 ਤੱਕ ਹੈ ਜੀ। ਠੀਕ ਹੈ ਜੀ,
ਇਹਨਾਂ ਨੇ ਸ਼ਾਸਨ ਕੀਤਾ। ਪਰ ਇਹ ਤਿੰਨੋਂ ਨਾਰਵਰਧਨ, ਰਾਜਵਰਧਨ ਤੇ ਅਦਿੱਤਿਆਵਰਧਨ ਇਹ ਪੂਰਨ ਤੌਰ ਤੇ ਸੁਤੰਤਰ ਰਾਜੇ ਨਹੀਂ ਸਨ, ਇਹ ਅਧੀਨ ਸ਼ਾਸਕਾਂ ਦੇ ਤੌਰ ਤੇ ਕੰਮ ਕਰ ਰਹੇ ਸਨ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਪ੍ਰਭਾਕਰ ਵਰਧਨ। ਇਹਦਾ ਟਾਈਮ ਪੀਰੀਅਡ 580 ਤੋਂ ਲੈ ਕੇ 605 ਈਸਵੀ ਤੱਕ ਹੈ। ਪ੍ਰਭਾਕਰ ਵਰਧਨ ਹੈ ਜਿਹੜਾ ਉਹ ਪਹਿਲਾ ਸੁਤੰਤਰ ਰਾਜਾ ਸੀ ਇਸ ਵੰਸ਼ ਦਾ। ਉਹਦਾ ਜਿਹੜਾ ਟਾਈਮ ਪੀਰੀਅਡ ਸੀ ਸ਼ਾਸਨ ਦਾ 580 ਤੋਂ ਲੈ ਕੇ 605 ਈਸਵੀ ਤੱਕ, ਤੇ ਉਸਨੇ ਮਹਾਰਾਜਾ ਧਰਾਜ ਦੀ ਜਿਹੜੀ ਉਪਾਧੀ ਹੈ ਉਹ ਧਾਰਨ ਕੀਤੀ ਸੀ। ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਪ੍ਰਭਾਕਰ ਵਰਧਨ ਦੀ ਜਿਹੜੀ ਰਾਜਧਾਨੀ ਹੈ ਜਿਹੜੀ ਉਹ ਸੀ ਥਾਨੇਸਰ ਜਾਂ ਥਾਨੇਸ਼ਵਰ। ਪ੍ਰਭਾਕਰ ਵਰਧਨ ਦਾ ਵੱਡਾ ਪੁੱਤਰ ਦਾ ਨਾਮ ਸੀ ਰਾਜਵਰਧਨ, ਦੂਸਰਾ ਦਵਿਤੀਏ ਸੀ, ਇਹ ਧਿਆਨ ਰੱਖਣਾ ਹੈ। ਤੇ ਛੋਟਾ ਪੁੱਤਰ ਦਾ ਨਾਮ ਸੀ ਹਰਸ਼ਵਰਧਨ ਤੇ ਇੱਕ ਪੁੱਤਰੀ ਸੀ ਰਾਜਸ਼੍ਰੀ। ਠੀਕ ਹੈ ਜੀ, ਧਿਆਨ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ। 2 ਬੇਟੇ ਸੀ ਤੇ ਇੱਕ ਪੁੱਤਰੀ ਸੀ। ਵੱਡੇ ਬੇਟੇ ਦਾ ਨਾਮ ਸੀ ਰਾਜਵਰਧਨ, ਛੋਟੇ ਦਾ ਨਾਮ ਸੀ ਹਰਸ਼ਵਰਧਨ ਤੇ ਪੁੱਤਰੀ ਸੀ ਰਾਜਸ਼੍ਰੀ। ਪ੍ਰਭਾਕਰ ਵਰਧਨ ਨੇ ਆਪਣੀ ਪੁੱਤਰੀ ਰਾਜਸ਼੍ਰੀ ਦਾ ਵਿਆਹ ਕਨੌਜ ਦੇ ਮੋਖਰੀ ਰਾਜੇ ਗ੍ਰਹਿ ਵਰਮਨ ਦੇ ਨਾਲ ਕੀਤਾ ਤੇ ਆਪਣੀ ਸਥਿਤੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰ ਲਿਆ। ਹਾਂਜੀ, ਧਿਆਨ ਰੱਖਣਾ, ਇਹ ਵੀ ਫੈਕਟ ਬਹੁਤ ਇੰਪੋਰਟੈਂਟ ਹੈ। ਪ੍ਰਭਾਕਰ ਵਰਧਨ ਦੀ ਪੁੱਤਰੀ ਸੀ ਰਾਜਸ਼੍ਰੀ ਤੇ ਉਹਦਾ ਵਿਆਹ ਉਹਨੇ ਕੀਤਾ ਸੀ ਕਨੌਜ ਦੇ ਰਾਜੇ ਗ੍ਰਹਿ ਵਰਮਨ ਦੇ ਨਾਲ। ਠੀਕ ਹੈ, ਮੋਖਰੀ ਘਰਾਣੇ ਦੇ ਵਿੱਚ ਕੀਤਾ ਸੀ, ਮੋਖਰੀ ਰਾਜਵੰਸ਼ ਦੇ ਵਿੱਚ ਕੀਤਾ ਸੀ। ਹੁਣ ਆਪਾਂ ਪੜ੍ਹਦੇ ਹਾਂ ਜੀ ਮੋਖਰੀ ਨਰੇਸ਼ ਜਾਂ ਮੋਖਰੀ ਰਾਜੇ। ਹਾਂਜੀ, ਮੋਖਰੀ ਜਿਹੜਾ ਵੰਸ਼ ਹੈ ਉਹਦਾ ਮੁੱਢਲਾ ਸੰਸਥਾਪਕ ਸੀਗਾ। ਠੀਕ ਹੈ ਜੀ, ਉਹ ਮੁੱਢਲੇ ਸੰਸਥਾਪਕ ਗੁਪਤ ਸਾਮਰਾਟ ਜਾਂ ਗੁਪਤ ਰਾਜਾਂ ਦੇ ਅਧੀਨ ਸੀ। ਇਸ਼ਾਨ ਵਰਮਨ ਇਸ ਮੋਖਰੀ ਵੰਸ਼ ਦਾ ਪਹਿਲਾ ਰਾਜਾ ਸੀ। ਉਸਨੇ 550 ਈਸਵੀ ਦੇ ਵਿੱਚ ਕਨੌਜ ਵਿਖੇ ਆਪਣੇ ਸੁਤੰਤਰ ਰਾਜ ਦਾ ਐਲਾਨ ਕੀਤਾ ਸੀ। ਠੀਕ ਹੈ ਜੀ, ਕਨੌਜ ਇਹਦੀ ਰਾਜਧਾਨੀ ਸੀ ਮੋਖਰੀ ਰਾਜਾਂ ਦੀ, ਜਿਹੜੀ ਕਿ ਬਾਅਦ ਵਿੱਚ ਉੱਤਰ ਭਾਰਤ ਦਾ ਸਭ ਤੋਂ ਮਹੱਤਵਪੂਰਨ ਜਿਹੜਾ ਸਥਾਨ ਬਣ ਗਿਆ। ਇਹਦੇ ਲਈ ਤ੍ਰੈ-ਪੱਖੀ ਜਿਹੜੇ ਯੁੱਧ ਵੀ ਹੋਏ ਬਾਅਦ ਵਿੱਚ ਕਨੌਜ ਨੂੰ ਜਿੱਤਣ ਦੇ ਲਈ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੀ ਹੈ ਜੀ। ਹਾਂਜੀ, ਇਸ਼ਾਨ ਵਰਮਨ ਨੇ 550 ਦੇ ਵਿੱਚ ਕਨੌਜ ਦੇ ਵਿੱਚ ਸੁਤੰਤਰ ਰਾਜ ਦਾ ਐਲਾਨ ਕੀਤਾ ਤੇ ਬਾਅਦ ਵਿੱਚ ਉਸਨੇ ਮਹਾਰਾਜਾ ਧਰਾਜ ਦੀ ਜਿਹੜੀ ਉਪਾਧੀ ਧਾਰਨ ਕੀਤੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਹੈ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, 550 ਤੋਂ ਲੈ ਕੇ 576 ਤੱਕ ਇਹਦਾ ਸ਼ਾਸਨ ਟਾਈਮ ਸੀਗਾ। ਇਸ ਵੰਸ਼ ਦਾ ਜਿਹੜਾ ਆਖਰੀ ਤੇ ਪ੍ਰਸਿੱਧ ਜਿਹੜਾ ਰਾਜਾ ਸੀ ਉਹ ਗ੍ਰਹਿ ਵਰਮਨ ਸੀ। ਗ੍ਰਹਿ ਵਰਮਨ ਉਹੀ ਹੈ ਜਿਸ ਦੇ ਨਾਲ ਪ੍ਰਭਾਕਰ ਵਰਧਨ ਨੇ ਆਪਣੀ ਪੁੱਤਰੀ ਰਾਜਸ਼੍ਰੀ ਦਾ ਵਿਆਹ ਕਰਵਾਇਆ ਸੀ। ਮਾਲਵੇ ਦੇ ਸ਼ਾਸਕ ਦੇਵਗੁਪਤ ਨੇ, ਠੀਕ ਹੈ ਜੀ, ਆਪਣੇ ਮਿੱਤਰ ਗੋੜ ਦਾ ਸ਼ਾਸਕ ਜਾਂ ਬੰਗਾਲ ਦਾ ਸ਼ਾਸਕ ਸੰਸ਼ਾਕ ਦੀ ਸਹਾਇਤਾ ਦੇ ਨਾਲ ਗ੍ਰਹਿ ਵਰਮਨ ਦਾ ਜਿਹੜਾ ਕਤਲ ਕਰ ਦਿੱਤਾ। ਠੀਕ ਹੈ ਜੀ, ਕਹਿੰਦਾ ਮਤਲਬ ਪ੍ਰਭਾਕਰ ਵਰਧਨ ਦੇ ਜਵਾਈ ਦਾ ਕਤਲ ਕਰ ਦਿੱਤਾ ਤੇ ਉਸ ਦੀ ਪਤਨੀ ਜਾਂ ਪ੍ਰਭਾਕਰ ਵਰਧਨ ਦੀ ਪੁੱਤਰੀ ਰਾਜਸ਼੍ਰੀ ਨੂੰ ਕੈਦ ਕਰ ਲਿਆ ਤੇ ਕਨੌਜ ਤੇ ਕਬਜ਼ਾ ਕਰ ਲਿਆ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ ਰੱਖਣਾ ਹੈ। ਮਾਲਵੇ ਦਾ ਜਿਹੜਾ ਰਾਜਾ ਸੀਗਾ ਦੇਵਗੁਪਤ, ਉਸਨੇ ਆਪਣੇ ਮਿੱਤਰ ਬੰਗਾਲ ਦੇ ਸ਼ਾਸਕ ਸੰਸ਼ਾਕ ਦੀ ਸਹਾਇਤਾ ਦੇ ਨਾਲ ਕਨੌਜ ਤੇ ਹਮਲਾ ਕਰ ਦਿੱਤਾ, ਕਨੌਜ ਤੇ ਕਬਜ਼ਾ ਕਰ ਲਿਆ। ਗ੍ਰਹਿ ਵਰਮਨ ਜਿਹੜਾ ਉੱਥੋਂ ਦਾ ਰਾਜਾ ਸੀ, ਨਰੇਸ਼ ਸੀਗਾ, ਮੋਖਰੀ ਰਾਜਾ, ਉਹਦਾ ਕਤਲ ਕਰ ਦਿੱਤਾ ਤੇ ਉਸ ਦੀ ਜਿਹੜੀ ਪਤਨੀ ਰਾਜਸ਼੍ਰੀ ਉਹਨੂੰ ਕੈਦ ਕਰ ਲਿਆ। ਤੇ ਇਸ ਦੀ ਮੌਤ ਦੇ ਨਾਲ ਹੀ, ਗ੍ਰਹਿ ਵਰਮਨ ਦੀ ਮੌਤ ਦੇ ਨਾਲ ਹੀ ਮੋਖਰੀ ਵੰਸ਼ ਦਾ ਖਾਤਮਾ ਹੋ ਗਿਆ, ਕਿਉਂਕਿ ਕੋਈ ਇਹਨਾਂ ਦਾ ਉੱਤਰਾਧਿਕਾਰੀ ਨਹੀਂ ਸੀਗਾ, ਕੋਈ ਵੀ ਇਹਨਾਂ ਦਾ ਉੱਤਰਾਧਿਕਾਰੀ ਨਹੀਂ ਸੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ, ਇੰਪੋਰਟੈਂਟ ਹੈ ਜੀ। ਹਾਂਜੀ, ਜਿਹੜਾ ਸੰਸ਼ਾਕ ਹੈ ਗੋੜ ਦਾ ਸ਼ਾਸਕ ਜਾਂ ਬੰਗਾਲ ਦਾ ਸ਼ਾਸਕ, ਇਹ ਬਹੁਤ ਇੰਪੋਰਟੈਂਟ ਹੈ। ਇਹ ਸ਼ੈਵ ਧਰਮ ਨੂੰ ਮੰਨਦਾ ਸੀਗਾ ਤੇ ਬੁੱਧ ਧਰਮ ਦੇ ਬਹੁਤ ਜ਼ਿਆਦਾ ਖਿਲਾਫ ਸੀ, ਵਿਰੋਧ ਵਿੱਚ ਸੀ। ਇਸ ਨੇ ਬਹੁਤ ਸਾਰੇ ਬੋਧੀ ਭਿਕਸ਼ੂਆਂ ਨੂੰ ਮਰਵਾ ਦਿੱਤਾ। ਇੱਥੋਂ ਤੱਕ ਕਿ ਗਿਆ ਦੇ ਵਿੱਚ ਜਿਹੜਾ ਬੋਧ ਵ੍ਰਿਕਸ਼ ਸੀਗਾ ਉਹ ਵੀ ਇਸੇ ਨੇ ਹੀ ਕਟਵਾਇਆ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ। ਅੱਗੇ ਹੈ ਜੀ ਆਪਣੇ ਕੋਲ ਰਾਜਵਰਧਨ। ਪ੍ਰਭਾਕਰ ਵਰਧਨ ਦੀ ਮੌਤ ਤੋਂ ਬਾਅਦ 605 ਦੇ ਵਿੱਚ ਉਸਦਾ ਵੱਡਾ ਪੁੱਤਰ ਹੈ ਜਿਹੜਾ ਰਾਜਵਰਧਨ ਥਾਨੇਸ਼ਵਰ ਦੀ ਗੱਦੀ ਤੇ ਬੈਠਿਆ। ਠੀਕ ਹੈ ਜੀ, ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੱਡਾ ਪੁੱਤਰ, ਠੀਕ ਹੈ ਜੀ, ਰਾਜਵਰਧਨ ਹੈ, ਉਹ ਗੱਦੀ ਸੰਭਾਲਦਾ 605 ਦੇ ਵਿੱਚ। ਰਾਜਵਰਧਨ ਨੇ ਆਪਣੇ ਭਣਵਈਏ ਗ੍ਰਹਿ ਵਰਮਨ ਦੇ ਕਤਲ ਦਾ ਬਦਲਾ ਲੈਣ ਦੇ ਲਈ ਤੇ ਆਪਣੀ ਭੈਣ ਰਾਜਸ਼੍ਰੀ ਨੂੰ ਛੁਡਵਾਉਣ ਦੇ ਲਈ ਕਨੌਜ ਤੇ ਹਮਲਾ ਕਰ ਦਿੱਤਾ। ਠੀਕ ਹੈ ਜੀ, ਇਸ ਹਮਲੇ ਦੇ ਵਿੱਚ ਦੇਵਗੁਪਤ ਦੀ ਹਾਰ ਹੋਈ। ਜਦੋਂ ਉਹਨੇ ਹਮਲਾ ਕੀਤਾ ਸੀ ਉਸ ਸਮੇਂ ਕਨੌਜ ਦੇ ਵਿੱਚ ਦੇਵਗੁਪਤ ਹੀ ਇਕੱਲਾ ਮੌਜੂਦ ਸੀ ਤੇ ਦੇਵਗੁਪਤ ਇਸ ਹਮਲੇ ਦਾ ਸਾਹਮਣਾ ਨਾ ਕਰ ਸਕਿਆ। ਪਰ ਤੁਰੰਤ ਇਸ ਦੀ ਖਬਰ ਹੈ ਜਿਹੜੀ ਉਸਦੇ ਮਿੱਤਰ ਬੰਗਾਲ ਦੇ ਰਾਜਾ ਸੰਸ਼ਾਕ ਨੂੰ ਪਹੁੰਚਦੀ ਹੈ ਤੇ ਸੰਸ਼ਾਕ ਨੇ ਪਿੱਛੋਂ ਧੋਖੇ ਦੇ ਨਾਲ ਰਾਜਵਰਧਨ ਦਾ ਕਤਲ ਕਰ ਦਿੱਤਾ। ਜਦੋਂ ਰਾਜਵਰਧਨ ਵਾਪਸ ਆਪਣੇ ਕਨੌਜ ਨੂੰ ਜਿੱਤਣ ਤੋਂ ਬਾਅਦ ਵਾਪਸ ਜਦੋਂ ਆਪਣੇ ਰਾਜਧਾਨੀ ਥਾਨੇਸ਼ਵਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਸੰਸ਼ਾਕ ਨੇ ਧੋਖੇ ਦੇ ਨਾਲ ਰਾਜਵਰਧਨ ਦਾ ਕਤਲ ਕਰ ਦਿੱਤਾ। ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਹੈ। ਹੁਣ ਗੱਲ ਕਰਦੇ ਹਾਂ ਸੰਸ਼ਾਕ ਨਰੇਸ਼ ਦੀ। ਠੀਕ ਹੈ ਜੀ, ਇਹ ਬੰਗਾਲ ਦੇ ਵਿੱਚ ਗੋੜ ਨਾਂ ਦਾ ਇਹਨੇ ਸੁਤੰਤਰ ਰਾਜ ਦੀ ਇਸਨੇ ਸਥਾਪਨਾ ਕੀਤੀ ਸੀ 6ਵੀਂ ਸਦੀ ਦੇ ਅੰਤ ਦੇ ਵਿੱਚ। ਇਸ ਰਾਜ ਦਾ ਇਹ ਪ੍ਰਸਿੱਧ ਤੇ ਸ਼ਕਤੀਸ਼ਾਲੀ ਰਾਜਾ ਸੀ ਸੰਸ਼ਾਕ। ਸ਼ਕਤੀਸ਼ਾਲੀ ਇੰਨਾ ਸੀ ਵੀ ਹਰਸ਼ਵਰਧਨ ਵੀ ਇਸ ਨੂੰ ਜਿੱਤ ਨਹੀਂ ਪਾਇਆ ਸੀ। ਜਿੰਨਾ ਚਿਰ ਸੰਸ਼ਾਕ ਜਿਉਂਦਾ ਸੀ ਉਹਨਾਂ ਚਿਰ ਹਰਸ਼ਵਰਧਨ ਨਾ ਤਾਂ ਬੰਗਾਲ ਨੂੰ ਜਿੱਤ ਪਾਇਆ ਸੀ, ਨਾ ਹੀ ਬਿਹਾਰ ਜਾਂ ਉੜੀਸਾ ਨੂੰ ਜਿੱਤ ਪਾਇਆ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਉਸਨੇ ਮਾਲਵਾ ਦੇ ਸੰਸ਼ਾਕ ਦੇਵਗੁਪਤ ਦੇ ਨਾਲ ਰਲ ਕੇ ਕਨੌਜ ਤੇ ਹਮਲਾ ਕੀਤਾ ਸੀ। ਠੀਕ ਹੈ ਜੀ, ਤੇ ਕਨੌਜ ਦਾ ਜਿਹੜਾ ਸ਼ਾਸਕ ਸੀਗਾ ਮੋਖਰੀ ਰਾਜਾ ਗ੍ਰਹਿ ਵਰਮਨ, ਉਹਦਾ ਕਤਲ ਕਰ ਦਿੱਤਾ ਸੀ ਤੇ ਉਹਦੀ ਪਤਨੀ ਜਿਹੜੀ ਰਾਜਸ਼੍ਰੀ ਸੀ ਉਹਨੂੰ ਕੈਦ ਕਰ ਲਿਆ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਇਸ ਹਮਲੇ ਦੇ ਵਿੱਚ, ਠੀਕ ਹੈ ਜੀ, ਦੇਵਗੁਪਤ ਤੇ ਸੰਸ਼ਾਕ ਦੇ ਹਮਲੇ ਦੇ ਵਿੱਚ ਕਨੌਜ ਦਾ ਜਿਹੜਾ ਰਾਜਾ ਗ੍ਰਹਿ ਵਰਮਨ, ਠੀਕ ਹੈ, ਉਹ ਮਾਰਿਆ ਗਿਆ। ਹਰਸ਼ਵਰਧਨ ਦਾ ਇਹ ਭਣਵਈਆ ਸੀਗਾ, ਪ੍ਰਭਾਕਰ ਵਰਧਨ ਦਾ ਜਵਾਈ ਸੀਗਾ। ਠੀਕ ਹੈ ਜੀ, ਸੰਸ਼ਾਕ ਸ਼ੈਵ ਧਰਮ ਨੂੰ ਮੰਨਦਾ ਸੀ ਤੇ ਬੁੱਧ ਧਰਮ ਦੇ ਨਾਲ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ। ਉਸਨੇ ਬੋਧੀਆਂ ਦੇ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਤੇ ਬਹੁਤ ਸਾਰੇ ਬੌਧ ਭਿਕਸ਼ੂਆਂ ਦਾ ਉਸਨੇ ਕਤਲ ਵੀ ਕਰਵਾਇਆ। ਉਸਨੇ ਅਨੇਕ ਜਿਹੜੇ ਬੌਧ ਮੱਠ ਸੀ ਉਹ ਵੀ ਨਸ਼ਟ ਕੀਤੇ ਤੇ ਗਿਆ ਦੇ ਵਿੱਚ ਜਿਹੜਾ ਪਵਿੱਤਰ ਬੋਧੀ ਦਰਖਤ ਹੈ ਉਹ ਵੀ ਇਸਨੇ ਕਟਵਾਇਆ ਸੀ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ, ਸਵਾਲ ਪੁੱਛਿਆ ਜਾਂਦਾ ਹੈ ਗਿਆ ਦੇ ਵਿੱਚ ਜਿਹੜਾ ਬੋਧੀ ਦਰਖਤ ਹੈ ਉਹ ਕਿਸਨੇ ਕਟਵਾਇਆ ਸੀ, ਤਾਂ ਆਨਸਰ ਧਿਆਨ ਰੱਖਣਾ ਹੈ ਸੰਸ਼ਾਕ ਨੇ ਕਟਵਾਇਆ ਸੀਗਾ। ਗੋੜ ਸ਼ਾਸਕ ਸੀਗਾ, ਬੰਗਾਲ ਦਾ ਸ਼ਾਸਕ ਸੀਗਾ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਮੋਖਰੀ ਵੰਸ਼ ਦੇ ਸ਼ਾਸਕਾਂ ਦੀ ਰਾਜਧਾਨੀ ਕੀ ਸੀ? ਹਾਂਜੀ, ਉਹ ਸੀ ਕਨੌਜ ਤੇ ਗ੍ਰਹਿ ਵਰਮਨ ਉਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਰਾਜਾ ਸੀਗਾ।
ਠੀਕ ਹੈ ਜੀ। ਹਰਸ਼ਵਰਧਨ ਦੇ ਵੱਡੇ ਭਰਾ ਰਾਜਵਰਧਨ ਦਾ ਕਤਲ ਕਿਸਨੇ ਕੀਤਾ ਸੀ? ਹਾਂਜੀ, ਇਸ ਦਾ ਕਤਲ ਗੌੜ ਨਰੇਸ਼ ਸ਼ਸ਼ਾਂਕ ਨੇ ਕੀਤਾ ਸੀ। ਹਾਂਜੀ, ਜਿਹੜਾ ਰਾਜਵਰਧਨ ਸੀ ਉਸਨੇ ਕਨੌਜ 'ਤੇ ਹਮਲਾ ਕੀਤਾ ਤੇ ਮਾਲਵੇ ਦੇ ਰਾਜਾ ਦੇਵਗੁਪਤ ਨੂੰ ਹਰਾ ਦਿੱਤਾ। ਇਹਨੂੰ ਤਾਂ ਹਰਾਤਾ ਸੀ। ਜਦੋਂ ਹਰਾਉਣ ਤੋਂ ਬਾਅਦ, ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਰਾਜਧਾਨੀ ਸਥਾਨੇਸ਼ਵਰ ਵਾਪਸ ਆ ਰਿਹਾ ਸੀ ਤਾਂ ਬੰਗਾਲ ਦੇ ਨਰੇਸ਼ ਜਾਂ ਗੌੜ ਦੇ ਨਰੇਸ਼ ਸ਼ਸ਼ਾਂਕ ਨੇ ਇਸ ਨੂੰ ਪਿੱਛੋਂ ਕਤਲ ਕਰ ਦਿੱਤਾ। ਠੀਕ ਹੈ ਜੀ, ਸਾਹਮਣੋਂ ਮੁਕਾਬਲਾ ਨਹੀਂ ਕੀਤਾ, ਪਿੱਛੋਂ ਧੋਖੇ ਦੇ ਨਾਲ ਮਾਰ ਦਿੱਤਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ। ਹਰਸ਼ਵਰਧਨ ਦੀ ਭੈਣ ਰਾਜਸ਼੍ਰੀ ਦਾ ਵਿਆਹ ਕਿਸ ਨਾਲ ਹੋਇਆ ਸੀ? ਹਾਂਜੀ, ਮੋਖਰੀ ਨਰੇਸ਼ ਗ੍ਰਹਿ ਵਰਮਨ ਦੇ ਨਾਲ ਹੈ ਜਿਹੜਾ ਉਹ ਰਾਜਸ਼੍ਰੀ ਦਾ ਵਿਆਹ ਹੋਇਆ ਸੀ। ਠੀਕ ਹੈ ਜੀ, ਇਹ ਪ੍ਰਭਾਕਰ ਵਰਧਨ ਦੀ ਪੁੱਤਰੀ ਸੀ। ਹਰਸ਼ ਦੇ ਵਰਣਨ ਦੇ ਅਨੁਸਾਰ ਉਸ ਦੇ ਵੰਸ਼ ਦਾ ਪਹਿਲਾ ਵਿਅਕਤੀ ਕੌਣ ਸੀ? ਠੀਕ ਹੈ ਜੀ, ਪੁਸ਼ਿਆਭੂਤੀ ਨੂੰ ਨਹੀਂ ਮੰਨਦਾਗਾ ਹਰਸ਼, ਉਹਦੇ ਅਕੋਰਡਿੰਗ ਨਾਰਵਰਧਨ, ਠੀਕ ਹੈ ਜੀ, ਉਹ ਪਹਿਲਾ ਰਾਜਾ ਸੀ ਤੇ 505 ਤੋਂ ਲੈ ਕੇ 525 ਤੱਕ ਇਸ ਦਾ ਜਿਹੜਾ ਸ਼ਾਸਨਕਾਲ ਹੈ, ਇਹ ਧਿਆਨ 'ਚ ਰੱਖਣਾ ਜੀ। ਹਾਂਜੀ, ਸਭ ਤੋਂ ਇੰਪੋਰਟੈਂਟ ਟੌਪਿਕ ਅੱਜ ਦਾ ਆਪਣਾ ਜਿਹੜਾ ਹੈ ਉਹ ਹੈ ਹਰਸ਼ਵਰਧਨ 606 ਈਸਵੀ ਤੋਂ ਲੈ ਕੇ 647 ਤੱਕ। ਠੀਕ ਹੈ, ਇਹਦਾ ਸ਼ਾਸਨਕਾਲ ਰਿਹਾ। 606 ਦੇ ਵਿੱਚ ਹਰਸ਼ਵਰਧਨ ਆਪਣੇ ਵੱਡੇ ਭਰਾ ਰਾਜਵਰਧਨ ਦੀ ਮੌਤ ਤੋਂ ਬਾਅਦ ਥਾਨੇਸ਼ਵਰ ਦੀ ਰਾਜਗੱਦੀ ਤੇ ਬੈਠਿਆ। ਉਸ ਸਮੇਂ ਉਸ ਦੀ ਉਮਰ ਮਾਤਰ 16 ਸਾਲਾਂ ਦੀ ਸੀ ਤੇ ਜਦੋਂ ਰਾਜਗੱਦੀ ਤੇ ਬੈਠਿਆ ਤਾਂ ਤਦ ਹੀ ਉਸਨੇ ਹਰਸ਼ ਸੰਮਤ ਦੀ ਜਿਹੜੀ ਸ਼ੁਰੂਆਤ ਕੀਤੀ। ਠੀਕ ਹੈ ਜੀ, 606 ਤੋਂ ਹਰਸ਼ ਸੰਮਤ ਦੀ ਸ਼ੁਰੂਆਤ ਹੁੰਦੀ ਹੈ। ਠੀਕ ਹੈ, ਇਹ ਧਿਆਨ 'ਚ ਰੱਖਣਾ ਜੀ। ਹਰਸ਼ਵਰਧਨ ਦਾ ਦੂਸਰਾ ਨਾਮ ਸ਼ਿਲਾਦਿੱਤਿਆ ਸੀ। ਸ਼ਿਲਾਦਿੱਤਿਆ ਨਾਂ ਇਹ ਹਿਊਨ-ਸਾਂਗ ਨੇ ਦਿੱਤਾ ਸੀ। ਠੀਕ ਹੈ ਜੀ, ਕਿਉਂਕਿ ਉਸਨੇ 2 ਜਿਹੜੇ ਹੈ ਸ਼ਿਲਾਲੇਖ ਲਿਖਵਾਏ ਸੀ, ਉਹਦੇ ਤੇ ਹੀ ਇਸ ਨੂੰ ਸ਼ਿਲਾਦਿੱਤਿਆ ਕਹਿਣਾ ਸ਼ੁਰੂ ਕਰ ਦਿੱਤਾ ਸੀ ਹਿਊਨ-ਸਾਂਗ ਨੇ। ਗੱਦੀ ਤੇ ਬੈਠਦਿਆਂ ਹੀ ਹਰਸ਼ਵਰਧਨ ਨੇ ਆਪਣੇ ਭਰਾ ਪਨਵਈਏ ਦੀ ਮੌਤ ਦਾ ਬਦਲਾ ਲੈਣ ਦੇ ਲਈ ਕਨੌਜ 'ਤੇ ਹਮਲਾ ਕਰ ਦਿੱਤਾ। ਹਰਸ਼ ਦੀ ਫੌਜ ਨੂੰ ਦੇਖਦਿਆਂ ਦੇਵਗੁਪਤ ਤੇ ਸ਼ਸ਼ਾਂਕ ਦੋਨੋਂ ਦੌੜ ਗਏ। ਇਸ ਤਰ੍ਹਾਂ ਹਰਸ਼ ਨੇ ਕਨੌਜ 'ਤੇ ਆਸਾਨੀ ਦੇ ਨਾਲ ਆਪਣਾ ਕਬਜ਼ਾ ਕਰ ਲਿਆ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ। ਮੋਖਰੀ ਨਰੇਸ਼ ਗ੍ਰਹਿ ਵਰਮਨ ਦਾ ਕੋਈ ਉੱਤਰਾਧਿਕਾਰੀ ਨਾ ਹੋਣ ਕਾਰਨ, ਯਾਨੀ ਕਿ ਆਪਣੇ ਭਣਵਈਏ ਦਾ ਕੋਈ ਉੱਤਰਾਧਿਕਾਰੀ ਨਾ ਹੋਣ ਕਾਰਨ ਹਰਸ਼ਵਰਧਨ ਨੇ ਕਨੌਜ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ ਤੇ ਕਨੌਜ ਨੂੰ ਆਪਣੀ ਦੂਸਰੀ ਰਾਜਧਾਨੀ ਘੋਸ਼ਿਤ ਕੀਤਾ, ਜਦਕਿ ਉਹਦੀ ਪਹਿਲੀ ਰਾਜਧਾਨੀ ਜਿਹੜੀ ਸੀ ਥਾਨੇਸ਼ਵਰ ਸੀ। ਠੀਕ ਹੈ, ਉਸ ਤੋਂ ਬਾਅਦ ਹਰਸ਼ਵਰਧਨ ਨੇ ਆਪਣੀ ਰਾਜਧਾਨੀ ਪੱਕੇ ਤੌਰ ਤੇ ਥਾਨੇਸ਼ਵਰ ਤੋਂ ਕਨੌਜ ਤਬਦੀਲ ਕਰ ਲਿਆ। ਠੀਕ ਹੈ ਜੀ, ਕਨੌਜ ਉਸ ਸਮੇਂ ਉੱਤਰ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਸੈਂਟਰ ਜਿਹੜਾ ਉਹ ਸੀਗਾ। ਪੁਲਕੇਸ਼ਨ ਦੂਜੇ ਦੇ ਇਹੋਲ ਸ਼ਿਲਾਲੇਖ, ਧਿਆਨ ਰੱਖਣਾ, ਇਹੋਲ ਸ਼ਿਲਾਲੇਖ ਰਵੀ ਕੀਰਤੀ ਨੇ ਲਿਖਿਆ ਹੈ। ਠੀਕ ਹੈ, 633 ਤੋਂ 634 ਈਸਵੀ ਦੇ ਵਿੱਚ ਜੋ ਵੀ ਘਟਨਾਕ੍ਰਮ ਹੋਇਆ ਉਹਦਾ ਵਰਣਨ ਇਹੋਲ ਸ਼ਿਲਾਲੇਖ ਤੇ ਹੈ। ਇਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹਰਸ਼ਵਰਧਨ ਨੂੰ ਨਰਮਦਾ ਦੇ ਕਿਨਾਰੇ ਤੇ ਚਾਲਕੀਆ ਸ਼ਾਸਕ ਪੁਲਕੇਸ਼ਨ ਦੂਜੇ ਨੇ ਹਰਾਇਆ ਸੀ। ਠੀਕ ਹੈ ਜੀ, ਧਿਆਨ ਰੱਖਣਾ, ਬਹੁਤ ਇੰਪੋਰਟੈਂਟ ਫੈਕਟ ਹੈ, ਸਵਾਲ ਪੁੱਛਿਆ ਜਾਂਦਾ ਹੈ। ਹਰਸ਼ਵਰਧਨ ਨੂੰ ਕਿਸ ਨਦੀ ਤੇ ਹਰਾਇਆ ਗਿਆ? ਤਾਂ ਨਰਮਦਾ ਨਦੀ। ਕਿਸ ਨੇ ਹਰਾਇਆ? ਚਾਲਕੀਆ ਵੰਸ਼ ਦੇ ਸ਼ਾਸਕ ਨੇ ਹਰਾਇਆ ਸੀ। ਠੀਕ ਹੈ ਜੀ, ਪੁਲਕੇਸ਼ਨ ਦੂਜੇ ਨੇ ਹਰਾਇਆ ਸੀ। ਇਸ ਜਿੱਤ ਜਾਂ ਹਾਰ ਦਾ ਵਰਣਨ ਕਿੱਥੇ ਦਰਜ ਹੈ? ਇਹੋਲ ਸ਼ਿਲਾਲੇਖ ਤੇ ਦਰਜ ਹੈ। ਇਹ ਦਰਜ ਕਿਹਨੇ ਕੀਤਾ? ਰਚਨਾਕਾਰ ਕੌਣ ਸੀ? ਤਾਂ ਰਵੀ ਕੀਰਤੀ ਇਸ ਦਾ ਲੇਖਕ ਸੀ। ਠੀਕ ਹੈ, ਧਿਆਨ 'ਚ ਰੱਖਣਾ, ਸਾਰੇ ਇੰਪੋਰਟੈਂਟ ਫੈਕਟਰ ਜੀ। ਹਰਸ਼ਵਰਧਨ ਨੇ ਕਾਦੰਬਰੀ ਤੇ ਹਰਸ਼ਰਿਤ ਦੇ ਲੇਖਕ ਬਾਨਭੱਟ ਨੇ ਦੋਨੋਂ ਕਿਤਾਬਾਂ ਲਿਖੀਆਂ ਸੀ, ਹਰਸ਼ਰਿਤ ਵੀ ਲਿਖੀ ਸੀ ਤੇ ਕਾਦੰਬਰੀ ਵੀ ਲਿਖੀ ਸੀ। ਠੀਕ ਹੈ ਜੀ, ਤੇ ਸੁਭਾਸ਼ਿਤ ਵਲੀ ਦੇ ਲੇਖਕ ਮਿਊਰ ਚੀਨੀ ਵਿਦਵਾਨ ਹਿਊਨ-ਸਾਂਗ ਨੂੰ ਆਪਣੇ ਦਰਬਾਰ ਦੇ ਵਿੱਚ ਪਨਾਹ ਦਿੱਤੀ ਸੀ। ਧਿਆਨ ਰੱਖਣਾ ਹੈ, ਬਾਨਭੱਟ, ਹਿਊਨ-ਸਾਂਗ ਤੇ ਮਿਊਰ ਇਹਨਾਂ ਨੂੰ ਆਪਣੇ ਦਰਬਾਰ ਦੇ ਵਿੱਚ ਪਨਾਹ ਦਿੱਤੀ ਸੀ। ਹਿਊਨ-ਸਾਂਗ ਦੀ ਕਿਤਾਬ ਦਾ ਨਾਮ ਹੈ ਸੀ ਯੂ ਕੀ। ਠੀਕ ਹੈ ਜੀ, ਸੀ ਯੂ ਕੀ, ਇਹ ਧਿਆਨ 'ਚ ਰੱਖਣਾ ਜੀ। ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਚੀਨੀ ਯਾਤਰੀ ਹਿਊਨ-ਸਾਂਗ ਹਰਸ਼ਵਰਧਨ ਦੇ ਰਾਜ ਦੇ ਦੌਰਾਨ 629 ਤੋਂ ਲੈ ਕੇ 643 ਈਸਵੀ ਤੱਕ ਲਗਭਗ 15 ਸਾਲ ਭਾਰਤ ਆਇਆ। ਹਿਊਨ-ਸਾਂਗ ਨੇ 637 ਦੇ ਵਿੱਚ ਨਾਲੰਦਾ ਯੂਨੀਵਰਸਿਟੀ ਦੀ ਯਾਤਰਾ ਕੀਤੀ। ਉਸ ਸਮੇਂ ਨਾਲੰਦਾ ਯੂਨੀਵਰਸਿਟੀ ਦਾ ਜਿਹੜਾ ਕੁਲਪਤੀ ਜਾਂ ਵਾਈਸ ਚਾਂਸਲਰ ਸ਼ੀਲਭੱਦਰ ਸੀ ਤੇ ਸ਼ੀਲਭੱਦਰ ਨੇ ਹਿਊਨ-ਸਾਂਗ ਦਾ ਸਵਾਗਤ ਕੀਤਾ ਸੀ। ਇਹ ਧਿਆਨ 'ਚ ਰੱਖਣਾ ਹੈ। ਹਿਊਨ-ਸਾਂਗ ਨੂੰ ਯਾਤਰੀਆਂ ਦਾ ਰਾਜਕੁਮਾਰ ਕਿਹਾ ਜਾਂਦਾ, ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖਣਾ ਜੀ। ਹਰਸ਼ਵਰਧਨ ਨੇ 641 ਦੇ ਵਿੱਚ, ਠੀਕ ਹੈ ਜੀ, ਚੀਨੀ ਰਾਜ ਦੇ ਦਰਬਾਰ ਦੇ ਵਿੱਚ ਰਾਜਦੂਤ ਭੇਜੇ। ਠੀਕ ਹੈ ਜੀ, ਚੀਨੀ ਸ਼ਾਸਕਾਂ ਦੇ ਦਰਬਾਰ ਦੇ ਵਿੱਚ ਜਿਹੜਾ ਰਾਜਦੂਤ ਕਿਸਨੇ ਭੇਜਿਆ ਸੀ? 641 ਦੇ ਵਿੱਚ ਹਰਸ਼ਵਰਧਨ ਨੇ। ਹਰਸ਼ਵਰਧਨ ਨੇ ਰਤਨਾਵਲੀ, ਪ੍ਰਿਯਦਰਸ਼ਿਕਾ ਤੇ ਨਾਗਾਨਤ ਨਾਟਕਾਂ ਦੀ ਜਿਹੜੀ ਉਹ ਰਚਨਾ ਕੀਤੀ ਸੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਬਾਨਭੱਟ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ ਤੇ ਉਸਨੇ ਹਰਸ਼ਰਿਤ ਤੇ ਕਾਦੰਬਰੀ ਦੀ ਰਚਨਾ ਕੀਤੀ ਸੀ। ਹਰਸ਼ਵਰਧਨ ਜਿਹੜਾ ਹੈ ਉਹ ਬੁੱਧ ਧਰਮ ਦੀ ਉਸਨੇ ਸਰਪ੍ਰਸਤੀ ਕੀਤੀ। ਉਹ ਬੁੱਧ ਧਰਮ ਦਾ ਜਿਹੜੀ ਇੱਕ ਸੰਪਰਦਾਇ ਸੀ ਮਹਾਜਾਨ, ਉਸ ਦੇ ਵਿੱਚ ਵਿਸ਼ਵਾਸ ਰੱਖਦਾ ਸੀ। ਹਰਸ਼ਵਰਧਨ ਨੇ ਕਨੌਜ ਦੇ ਵਿੱਚ 643 ਈਸਵੀ ਦੇ ਵਿੱਚ ਇੱਕ ਬੋਧੀ ਸੰਮੇਲਨ ਕਰਾਇਆ। ਇਸ ਨੂੰ 5ਵਾਂ ਬੋਧੀ ਸੰਮੇਲਨ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਜਿਹੜਾ ਹਰਸ਼ਵਰਧਨ ਹੈ ਉਹ ਪ੍ਰਯਾਗ, ਇਲਾਹਾਬਾਦ ਵਿੱਚ ਆਪਣੇ ਬੋਧ ਸੰਮੇਲਨ ਕਰਾਉਂਦਾ ਸੀ ਜਾਂ ਕਨੌਜ ਦੇ ਵਿੱਚ ਕਰਾਉਂਦਾ ਸੀ। ਠੀਕ ਹੈ ਜੀ, ਕਨੌਜ ਦੇ ਵਿੱਚ ਤਾਂ ਉਸਨੇ ਅੰਤਮ ਜਿਹੜਾ ਹੈ ਆਪਣੀ ਜੀਵਨ ਦਾ ਜਿਹੜਾ ਬੋਧ ਸੰਮੇਲਨ ਆ ਉਹ ਕਰਵਾਇਆ ਸੀ। ਹਰਸ਼ਵਰਧਨ ਨੇ ਕੁੰਭ ਮੇਲੇ ਦੀ ਸ਼ੁਰੂਆਤ ਕੀਤੀ ਸੀ। ਇਹ ਧਿਆਨ ਰੱਖਣਾ, ਵੈਰੀ ਇੰਪੋਰਟੈਂਟ ਫੈਕਟ ਹੈ ਵੀ ਕੁੰਭ ਮੇਲੇ ਦੀ ਸ਼ੁਰੂਆਤ ਕਿਹਨੇ ਕੀਤੀ ਸੀ? ਹਰਸ਼ਵਰਧਨ ਨੇ। ਜਿਹੜਾ ਹਰਸ਼ ਹੈ ਪ੍ਰਯਾਗ, ਇਲਾਹਾਬਾਦ ਦੇ ਵਿੱਚ ਹਰ 5 ਸਾਲ ਬਾਅਦ ਧਾਰਮਿਕ ਸਮਾਗਮ ਕਰਾਉਂਦਾ ਸੀ। ਠੀਕ ਹੈ ਜੀ, ਇਸ ਨੂੰ ਮੋਕਸ਼ ਪ੍ਰੀਸ਼ਦ ਵੀ ਕਿਹਾ ਜਾਂਦਾ ਸੀ ਤੇ ਉਸਨੇ ਆਪਣੇ ਪੂਰੇ ਸ਼ਾਸਨ ਦੇ ਵਿੱਚ 6 ਵਾਰ ਅਜਿਹੇ ਜਿਹੜੇ ਤਿਉਹਾਰਾਂ ਦਾ ਪ੍ਰਬੰਧ ਕੀਤਾ ਸੀ। ਠੀਕ ਹੈ, ਜਿਹਦਾ ਟਾਈਮ ਪੀਰੀਅਡ ਸੀਗਾ 606 ਤੋਂ ਲੈ ਕੇ 647 ਤੱਕ ਤੇ ਇਸ ਟਾਈਮ ਪੀਰੀਅਡ ਦੇ ਦੌਰਾਨ ਉਸਨੇ 6 ਵਾਰ ਜਿਹੜੇ ਉਹ ਇਲਾਹਾਬਾਦ ਪ੍ਰਯਾਗ ਦੇ ਵਿੱਚ ਧਾਰਮਿਕ ਸਮਾਗਮ ਜਿਹਨੂੰ ਮੋਕਸ਼ ਪ੍ਰੀਸ਼ਦ ਕਹਿੰਦੇ ਆ ਉਹਦਾ ਪ੍ਰਬੰਧ ਕੀਤਾ ਸੀ ਤੇ ਕੁੱਲ 6 ਵਾਰ ਉਸਨੇ ਅਜਿਹਾ ਕੀਤਾ। ਹਰਸ਼ਵਰਧਨ ਨੂੰ ਦਵਿਤੀय ਅਸ਼ੋਕ ਜਾਂ ਦੂਜਾ ਅਸ਼ੋਕ ਵੀ ਕਿਹਾ ਜਾਂਦਾ ਹੈ। ਹਰਸ਼ਵਰਧਨ ਆਪਣੀ ਆਮਦਨ ਨੂੰ 4 ਬਰਾਬਰ ਹਿੱਸਿਆਂ ਵਿੱਚ ਵੰਡਦਾ ਸੀ। ਪਹਿਲਾ ਹਿੱਸਾ ਸ਼ਾਹੀ ਪਰਿਵਾਰ ਰਾਜਘਰਾਣੇ ਲਈ, ਫੌਜ ਅਤੇ ਪ੍ਰਸ਼ਾਸਨ ਲਈ ਦੂਜਾ ਹਿੱਸਾ, ਧਾਰਮਿਕ ਫੰਡਾਂ ਲਈ ਤੀਜਾ ਹਿੱਸਾ, ਗਰੀਬਾਂ ਬੇ ਆਸਰਾ ਦੇ ਲਈ ਜਾਂ ਜਿਹੜੇ ਵਿਦਵਾਨ ਹੈ ਉਸਦੇ ਦਰਬਾਰੀ ਸੀਗੇ ਉਹਨਾਂ ਦੇ ਲਈ। ਠੀਕ ਹੈ ਜੀ,
ਹਰਸ਼ਵਰਧਨ ਨੇ 647 ਈਸਵੀ ਤੱਕ ਸ਼ਾਸਨ ਕੀਤਾ। 647 ਈਸਵੀ ਵਿੱਚ ਹਰਸ਼ਵਰਧਨ ਦੀ ਮੌਤ ਹੋ ਗਈ। ਹਰਸ਼ਵਰਧਨ ਦੀ ਮੌਤ ਤੋਂ ਬਾਅਦ ਕਨੌਜ ਤੇ ਅਧਿਕਾਰ ਕਰਨ ਦੇ ਲਈ ਤਿਕੋਣੀਆ ਸੰਘਰਸ਼ ਚੱਲਿਆ। ਪਾਲਾਂ ਦੇ ਵਿਚਕਾਰ, ਪ੍ਰਤੀਹਾਰ ਤੇ ਰਾਸ਼ਟਰਕੂਟ ਦੇ ਵਿਚਕਾਰ। ਪਾਲ, ਪ੍ਰਤੀਹਾਰ ਤੇ ਰਾਸ਼ਟਰਕੂਟ ਦੇ ਵਿਚਕਾਰ ਕਨੌਜ ਦੇ ਲਈ ਤਿਕੋਣੀ ਸੰਘਰਸ਼ ਚੱਲਿਆ। ਤੇ ਇਹ ਧਿਆਨ ਰੱਖਣਾ, ਬਹੁਤ ਇੰਪੋਰਟੈਂਟ ਫੈਕਟ ਹੈ, ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਠੀਕ ਹੈ ਜੀ। ਹਾਂਜੀ, ਹਰਸ਼ਵਰਧਨ ਦੀਆਂ ਜਿੱਤਾਂ। ਸਭ ਤੋਂ ਪਹਿਲਾਂ ਬੰਗਾਲ ਦੀ ਜਿੱਤ। ਹਰਸ਼ਵਰਧਨ ਸ਼ਸ਼ਾਂਕ ਤੋਂ ਆਪਣੇ ਭਰਾ ਤੇ ਭਣਵਈਏ ਦੇ ਕਤਲਾਂ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਸ਼ਸ਼ਾਂਕ ਨੇ ਬਹੁਤ ਸਾਰੇ ਬੌਧ ਭਿਕਸ਼ੂਆਂ ਦਾ ਕਤਲ ਕਰਵਾਇਆ ਸੀ। ਗਿਆ ਦੇ ਵਿੱਚ ਪਵਿੱਤਰ ਬੋਧੀ ਦਰਖਤ ਕਟਵਾਇਆ ਸੀ। ਹਰਸ਼ਵਰਧਨ ਵੀ ਸ਼ਸ਼ਾਂਕ ਨੂੰ ਪੂਰੀ ਤਰ੍ਹਾਂ ਹਰਾਉਣ ਦੇ ਵਿੱਚ ਸਫਲ ਰਿਹਾ। ਠੀਕ ਹੈ ਜੀ। ਜਦ ਤੱਕ ਸ਼ਸ਼ਾਂਕ ਜਿਉਂਦਾ ਰਿਹਾ, ਉਸਨੇ ਹਰਸ਼ ਨੂੰ ਬੰਗਾਲ ਰਾਜ ਤੇ ਕਬਜ਼ਾ ਨਾ ਕਰਨ ਦਿੱਤਾ। ਸ਼ਸ਼ਾਂਕ ਦੀ ਮੌਤ ਤੋਂ ਬਾਅਦ ਹੀ ਹਰਸ਼ਵਰਧਨ ਜਿਹੜਾ ਬੰਗਾਲ ਤੇ ਕਬਜ਼ਾ ਕਰ ਸਕਿਆ। ਠੀਕ ਹੈ, ਧਿਆਨ 'ਚ ਰੱਖਣਾ ਹੈ, ਬਹੁਤ ਸ਼ਕਤੀਸ਼ਾਲੀ ਰਾਜਾ ਸੀ ਸ਼ਸ਼ਾਂਕ। ਠੀਕ ਹੈ, ਬੰਗਾਲ ਦਾ, ਗੌੜ ਵੰਸ਼ ਦਾ। ਠੀਕ ਹੈ ਜੀ। ਤੇ ਇਹ ਬਹੁਤ ਇੰਪੋਰਟੈਂਟ ਫੈਕਟ ਹੈ ਜੀ। ਹਾਂਜੀ, 5 ਪ੍ਰਦੇਸ਼ਾਂ ਦੀ ਜਿੱਤ। ਹਿਊਨ-ਸਾਂਗ ਨੇ ਲਿਖਿਆ ਹੈ ਕਿ ਹਰਸ਼ ਨੇ ਆਪਣੇ ਰਾਜ ਦੇ ਮੁੱਢਲੇ ਸਾਲ 606 ਤੋਂ ਲੈ ਕੇ 612 ਤੱਕ 5 ਪ੍ਰਦੇਸ਼ਾਂ ਨੂੰ ਜਿੱਤਿਆ ਸੀ। ਇਹ 5 ਪ੍ਰਦੇਸ਼ ਸੀ ਪੰਜਾਬ, ਕਨੌਜ, ਬੰਗਾਲ, ਉੜੀਸਾ ਤੇ ਬਿਹਾਰ। ਪਰ ਇੱਕ ਗੱਲ ਧਿਆਨ ਰੱਖਣੀ ਹੈ, ਇਹਨਾਂ 5 ਪ੍ਰਦੇਸ਼ਾਂ ਨੂੰ ਜਿੱਤਣ ਵਿੱਚ ਕਾਮਯਾਬ ਹੋਇਆ ਸੀ ਸ਼ਸ਼ਾਂਕ ਦੀ ਮੌਤ ਤੋਂ ਬਾਅਦ। ਠੀਕ ਹੈ ਜੀ। ਵਲਭੀ ਦੀ ਜਿੱਤ। ਜਿਹੜਾ ਵਲਭੀ ਦਾ ਜਿਹੜਾ ਰਾਜਾ ਸੀਗਾ ਉਹ ਸੀ ਧਰੁਵਸੈਨ। ਇਹ ਧਿਆਨ 'ਚ ਰੱਖਣਾ ਹੈ, ਬਹੁਤ ਵਾਰੀ ਪੁੱਛਿਆ ਜਾਂਦਾ ਹੈ। ਤੇ ਸ਼ਸ਼ਾਂਕ, ਧਰੁਵਸੈਨ, ਬਾਨਪਟ, ਇਹ ਸਾਰੇ ਜਾਂ ਹਿਊਨ-ਸਾਂਗ, ਇਹ ਸਾਰੇ ਸਮਕਾਲੀਨ ਸਨ ਹਰਸ਼ਵਰਧਨ ਦੇ। ਇਹ ਵੀ ਧਿਆਨ 'ਚ ਰੱਖਣਾ ਜੀ। ਹਾਂਜੀ, ਹਰਸ਼ਵਰਧਨ ਦੇ ਸਮੇਂ ਵਲਭੀ ਗੁਜਰਾਤ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜ ਸੀ। ਉੱਥੇ ਧਰੁਵਸੈਨ ਦੂਜੇ ਦਾ ਰਾਜ ਸੀ। ਹਰਸ਼ਵਰਧਨ ਨੇ ਵਲਭੀ ਤੇ ਹਮਲਾ ਕਰ ਦਿੱਤਾ। ਧਰੁਵਸੈਨ ਨੇ ਹਰਸ਼ਵਰਧਨ ਦੀ ਅਧੀਨਤਾ ਸਵੀਕਾਰ ਕਰ ਲਈ ਤਾਂ ਹਰਸ਼ਵਰਧਨ ਨੇ ਉਸਦਾ ਜਿਹੜਾ ਸੀਗਾ ਵਲਭੀ, ਉਸ ਨੂੰ ਵਾਪਸ ਕਰ ਦਿੱਤਾ ਜਦੋਂ ਉਹਨੇ ਅਧੀਨਤਾ ਸਵੀਕਾਰ ਕਰ ਲਈ। ਨਾਲ ਹੀ ਹਰਸ਼ਵਰਧਨ ਨੇ ਆਪਣੀ ਲੜਕੀ ਦਾ ਵਿਆਹ ਧਰੁਵਸੈਨ ਦੇ ਨਾਲ ਕਰਕੇ ਸਦਾ ਲਈ ਉਸ ਨੂੰ ਆਪਣੇ ਨਾਲ ਮਿਲਾ ਲਿਆ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ। ਪੁਲਕੇਸ਼ਨ ਦੂਜੇ ਨਾਲ ਜਿੱਤ। ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਫੈਕਟ ਹੈ, ਇਹ ਧਿਆਨ 'ਚ ਰੱਖਣਾ ਜੀ। ਹਾਂਜੀ, ਦੂਜੇ ਨਾਲ ਯੁੱਧ ਹੋਇਆ ਸੀਗਾ, ਪਹਿਲੇ ਨਾਲ ਨਹੀਂ ਹੋਇਆ ਸੀ, ਇਹ ਵੀ ਧਿਆਨ 'ਚ ਰੱਖਣਾ ਹੈ। ਹਾਂਜੀ, ਉੱਤਰ ਭਾਰਤ ਵਿੱਚ ਬਹੁਤ ਸਾਰੇ ਪ੍ਰਦੇਸ਼ ਜਿੱਤਣ ਤੋਂ ਬਾਅਦ ਹਰਸ਼ ਨੇ ਦੱਖਣ ਭਾਰਤ ਨੂੰ ਜਿੱਤਣ ਦਾ ਫੈਸਲਾ ਲਿਆ। ਤੇ ਦੂਸਰੇ ਪਾਸੇ ਦੱਖਣ ਭਾਰਤ ਵਿੱਚ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕਰਨ ਤੋਂ ਬਾਅਦ ਪੁਲਕੇਸ਼ਨ ਦੂਜੇ ਨੇ ਉੱਤਰ ਭਾਰਤ ਨੂੰ ਜਿੱਤਣ ਦਾ ਫੈਸਲਾ ਲਿਆ। ਠੀਕ ਹੈ ਜੀ। ਫਿਰ ਦੋਹਾਂ ਦੇ ਵਿੱਚ ਜਿਹੜਾ ਟਕਰਾਅ ਹੁੰਦਾ ਹੈ ਉਹ ਹੁੰਦਾ ਹੈ ਜੀ ਨਰਮਦਾ ਨਦੀ ਦੇ ਕਿਨਾਰੇ ਤੇ। ਇਹ ਧਿਆਨ ਰੱਖਣਾ। ਉਸ ਸਮੇਂ ਦੱਖਣ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਚਾਲਕਿਆ ਰਾਜ ਸੀਗਾ। ਇਸ ਚਾਲਕਿਆ ਵੰਸ਼ ਦਾ ਜਿਹੜਾ ਸ਼ਕਤੀਸ਼ਾਲੀ ਰਾਜਾ ਸੀ ਉਹ ਪੁਲਕੇਸ਼ਨ ਦੂਜਾ ਸੀ। ਠੀਕ ਹੈ ਜੀ, ਧਿਆਨ ਰੱਖਣਾ। ਵਤਾਪੀ ਜਾਂ ਬਦਾਮੀ ਇਹਨਾਂ ਦੀ ਰਾਜਧਾਨੀ ਸੀ, ਇਹ ਵੀ ਧਿਆਨ ਰੱਖਣਾ ਚਾਲਕਿਆ ਵੰਸ਼ ਦੀ। ਹਿਊਨ-ਸਾਂਗ ਲਿਖਦਾ ਹੈ ਕਿ ਹਰਸ਼ਵਰਧਨ ਨੇ ਪੁਲਕੇਸ਼ਨ ਦੂਜੇ ਦੇ ਨਾਲ ਯੁੱਧ ਕਰਨ ਦੇ ਲਈ 5 ਪ੍ਰਦੇਸ਼ਾਂ ਤੋਂ ਸੈਨਿਕ ਇਕੱਠੇ ਕੀਤੇ। ਇੱਕ ਵਿਸ਼ਾਲ ਸੈਨਾ ਸਹਿਤ ਉਹ ਆਪ ਚਾਲਕਿਆ ਰਾਜੇ ਦੇ ਵਿਰੁੱਧ 633 ਦੇ ਵਿੱਚ ਉਸਨੇ ਚੜ੍ਹਾਈ ਕੀਤੀ। ਪਰ ਪੁਲਕੇਸ਼ਨ ਦੂਜੇ ਨੇ ਹਰਸ਼ਵਰਧਨ ਨੂੰ ਬੁਰੀ ਤਰ੍ਹਾਂ ਹਰਾਇਆ ਤੇ ਇਹ ਹਰਸ਼ਵਰਧਨ ਦੀ ਆਪਣੇ ਜੀਵਨ ਦੇ ਵਿੱਚ ਪਹਿਲੀ ਤੇ ਆਖਰੀ ਹਾਰ ਸੀ। ਇਹ ਧਿਆਨ 'ਚ ਰੱਖਣਾ। ਤੇ ਪੁਲਕੇਸ਼ਨ ਲਈ ਇਹ ਜਿੱਤ ਬਹੁਤ ਮਹੱਤਵਪੂਰਨ ਸੀ ਦੂਜੇ ਲਈ। ਤੇ ਉਸ ਜਿੱਤ ਤੋਂ ਬਾਅਦ ਪੁਲਕੇਸ਼ਨ ਦੂਜੇ ਨੇ ਪਰਮੇਸ਼ਵਰ ਦੀ ਉਪਾਧੀ ਧਾਰਨ ਕੀਤੀ ਸੀ। ਠੀਕ ਹੈ ਜੀ। ਇਹਨਾਂ ਜਿੱਤਾਂ ਦਾ ਵਰਣਨ ਹੈ ਜਿਹੜਾ ਇਹ ਹੋਲ ਸ਼ਿਲਾਲੇਖ ਤੇ ਦਰਜ ਹੈ। ਰਵੀ ਕੀਰਤੀ ਇਸ ਦਾ ਲੇਖਕ ਹੈ। ਇਹ ਧਿਆਨ 'ਚ ਰੱਖਣਾ ਜੀ। ਠੀਕ ਹੈ ਜੀ। ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਜੀ। ਹਾਂਜੀ, ਕਾਮਰੂਪ ਦੀ ਜਿੱਤ। ਹਰਸ਼ਵਰਧਨ ਨੇ ਅਸਾਮ ਦੇ ਸ਼ਾਸਕ ਕਾਮਰੂਪ, ਠੀਕ ਹੈ, ਕਾਮਰੂਪ ਅਸਾਮ ਦੇ ਵਿੱਚ ਸੀਗਾ, ਭਾਸਕਰ ਵਰਮਨ, ਠੀਕ ਹੈ, ਧਿਆਨ ਰੱਖਣਾ, ਭਾਸਕਰ ਵਰਮਨ ਹੈ ਜਿਹੜਾ ਕਾਮਰੂਪ ਦਾ ਸ਼ਾਸਕ ਸੀਗਾ, ਉਹਨੂੰ ਹਰਾ ਕੇ ਕਾਮਰੂਪ ਜਿੱਤ ਲਿਆ। ਪਰ ਜਿਹੜਾ ਕਾਮਰੂਪ ਹੈ ਉਸਨੇ ਵੀ ਹਰਸ਼ਵਰਧਨ ਦੀ ਅਧੀਨਤਾ ਸਵੀਕਾਰ ਕਰ ਲਈ। ਬਾਅਦ ਵਿੱਚ ਉਸਨੇ ਜਿਹੜੀ ਹਰਸ਼ਵਰਧਨ ਦੀ ਸਹਾਇਤਾ ਕੀਤੀ ਸ਼ਸ਼ਾਂਕ ਦੇ ਵਿਰੁੱਧ, ਬੰਗਾਲ ਦੇ ਰਾਜੇ ਦੇ ਵਿਰੁੱਧ ਲੜਾਈ ਲੜਨ ਦੇ ਵਿੱਚ। ਇਹ ਧਿਆਨ ਰੱਖਣਾ ਜੀ। ਠੀਕ ਹੈ ਜੀ। ਉਹਦੀਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਮਰੂਪ ਦਾ ਜਿਹੜਾ ਰਾਜ ਹੈ ਉਹ ਭਾਸਕਰ ਵਰਮਨ ਨੂੰ ਵਾਪਸ ਹਰਸ਼ਵਰਧਨ ਨੇ ਕਰ ਦਿੱਤਾ ਸੀ। ਹਾਂਜੀ, ਰਾਜ ਵਿਸਥਾਰ ਦੀ ਗੱਲ ਕਰਦੇ ਹਾਂ ਆਪਾਂ ਵੀ ਕਿੱਥੋਂ ਤੋਂ ਕਿੱਥੋਂ ਤੱਕ ਹਰਸ਼ਵਰਧਨ ਦਾ ਰਾਜ ਫੈਲਿਆ ਹੋਇਆ ਸੀ। ਹਰਸ਼ ਦਾ ਰਾਜ ਬਹੁਤ ਜ਼ਿਆਦਾ ਵਿਸ਼ਾਲ ਸੀ। ਲਗਭਗ ਉੱਤਰੀ ਭਾਰਤ ਸਾਰਾ ਇਹਦੇ ਅਧੀਨ ਦੇ ਵਿੱਚ ਸੀ ਤੇ ਦੱਖਣ ਦੇ ਵਿੱਚ ਨਰਮਦਾ ਨਦੀ ਤੱਕ ਇਸ ਦੀਆਂ ਹੱਦਾਂ ਸੁਣੀਆਂ ਸੀ ਤੇ ਉੱਤਰ ਦੇ ਵਿੱਚ ਹਿਮਾਲਿਆ ਤੱਕ, ਹਿਮਾਲਿਆ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਤੱਕ ਇਸ ਦੇ ਸ਼ਾਸਨ ਦੀਆਂ ਹੱਦਾਂ ਸੁਣੀਆਂ। ਪੂਰਬ ਦੇ ਵਿੱਚ ਅਸਾਮ ਤੋਂ ਲੈ ਕੇ ਉੱਤਰ ਪੱਛਮ ਵਿੱਚ ਪੂਰਬੀ ਪੰਜਾਬ ਤੱਕ ਇਹਦਾ ਸ਼ਾਸਨ ਫੈਲਿਆ ਹੋਇਆ ਸੀ। ਆਪਾਂ ਪੜ੍ਹਿਆ ਸੀ 5 ਜਿੱਤਾਂ, ਉਹਦੇ ਵਿੱਚ ਉਹਨੇ ਪੰਜਾਬ ਜਿੱਤ ਲਿਆ ਸੀ। ਠੀਕ ਹੈ ਜੀ। ਪੂਰਬੀ ਪੰਜਾਬ ਤੱਕ ਇਹਨੇ ਜਿੱਤ ਲਿਆ ਸੀਗਾ। ਪੱਛਮੀ ਪੰਜਾਬ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਪੰਜਾਬ ਜਿਹਨੂੰ ਕਹਿੰਦੇ ਨੇ ਉਹ ਰਹਿ ਗਿਆ ਸੀ। ਤੇ ਪੱਛਮ ਦੇ ਵਿੱਚ ਅਰਬ ਸਾਗਰ ਦੇ ਨਾਲ ਇਹਦੀ ਰਾਜ ਦੀ ਸੀਮਾ ਟੱਚ ਕਰਦੀ ਸੀ। ਠੀਕ ਹੈ ਜੀ। ਯਾਨੀ ਕਿ ਗੁਜਰਾਤ ਦੇ ਨਾਲ ਅਰਬ ਸਾਗਰ ਸ਼ੁਰੂ ਹੋ ਜਾਂਦਾ, ਉੱਥੋਂ ਤੱਕ ਇਹਦੀ ਸੀਮਾ ਸੀ। ਹਰਸ਼ ਦੇ ਸਾਮਰਾਜ ਦੇ ਵਿੱਚ ਉੱਤਰ ਭਾਰਤ ਦੇ ਕਸ਼ਮੀਰ, ਪੱਛਮੀ ਪੰਜਾਬ, ਸਿੰਧ ਦੇ ਇਲਾਕੇ ਇਸ ਤੋਂ ਜਿਹੜੀ ਜਿੱਤ ਤੋਂ ਬਾਹਰ ਰਹਿ ਗਏ ਸੀ। ਨਾ ਤਾਂ ਪੱਛਮੀ ਪੰਜਾਬ ਇਹਦੇ ਬਾਉਂਡਰੀ ਵਿੱਚ ਆਉਂਦਾ ਸੀ, ਸੀਮਾ ਦੇ ਵਿੱਚ ਆਉਂਦਾ ਸੀ, ਨਾ ਹੀ ਸਿੰਧ, ਨਾ ਹੀ ਕਸ਼ਮੀਰ। ਇਹਨਾਂ ਦੇ ਇਹ ਜਿਹੜਾ ਸ਼ਾਸਨ ਹੈ ਆਪਦਾ ਨਹੀਂ ਕਰ ਸਕਿਆ ਸੀ। ਠੀਕ ਹੈ, ਧਿਆਨ ਰੱਖਣਾ। ਇਹ ਕਸ਼ਮੀਰ, ਪੱਛਮੀ ਪੰਜਾਬ ਤੇ ਸਿੰਧ ਦੇ ਇਲਾਕਿਆਂ ਇਸ ਦੇ ਸਾਮਰਾਜ ਤੋਂ ਬਾਹਰ ਸਨ। ਤੇ ਬਾਕੀ ਉੱਤਰ ਭਾਰਤ ਸਾਰਾ ਸੀ। ਉੱਤਰ ਵਿੱਚ ਹਿਮਾਲਿਆ ਤੋਂ ਲੈ ਕੇ ਦੱਖਣ ਦੇ ਵਿੱਚ ਨਰਮਦਾ ਨਦੀ, ਇੱਧਰੋਂ ਅਸਾਮ ਤੋਂ ਲੈ ਕੇ ਇੱਧਰ ਪੱਛਮੀ ਪੰਜਾਬ ਤੱਕ। ਠੀਕ ਹੈ, ਇਹਦਾ ਸਾਰਾ ਸ਼ਾਸਨ ਸੀਗਾ। ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਨਰਮਦਾ ਨਦੀ ਦੇ ਕੰਢੇ ਸਮਰਾਟ ਹਰਸ਼ਵਰਧਨ ਦੀ ਦੱਖਣੀ ਮੁਹਿੰਮ ਨੂੰ ਕਿਸ ਨੇ ਰੋਕਿਆ ਸੀ? ਹਾਂਜੀ, ਪੁਲਕੇਸ਼ਨ ਦੂਜੇ ਨੇ ਰੋਕਿਆ ਸੀ। ਇਹ ਧਿਆਨ 'ਚ ਰੱਖਣਾ ਜੀ। ਕੁੰਭ ਮੇਲਾ ਸ਼ੁਰੂ ਕਰਨ ਦਾ ਜਿਹੜਾ ਸਿਰਾ ਕਿਹਨੂੰ ਜਾਂਦਾ ਹੈ? ਹਰਸ਼ਵਰਧਨ ਨੂੰ ਜਾਂਦਾ ਜੀ। ਚਾਲਕੀਆ ਸ਼ਾਸਕ ਪੁਲਕੇਸ਼ਨ ਨੇ, ਇਹ ਪੁਲਕੇਸ਼ਨ ਦੂਜਾ ਸੀਗਾ, ਨੇ ਹਰਸ਼ਵਰਧਨ ਨੂੰ ਕਿਸ ਨਦੀ ਦੇ ਕੰਢੇ ਤੇ ਹਰਾਇਆ ਸੀ? ਇਹ ਨਰਮਦਾ ਨਦੀ ਦੇ ਕੰਢੇ ਤੇ ਹਰਾਇਆ ਸੀ। ਕਿਸ ਵਿਅਕਤੀ ਨੂੰ ਦੂਜਾ ਅਸ਼ੋਕ ਵੀ ਕਿਹਾ ਜਾਂਦਾ ਹੈ? ਹਰਸ਼ਵਰਧਨ ਨੂੰ ਦੂਸਰਾ ਅਸ਼ੋਕ ਵੀ ਕਿਹਾ ਜਾਂਦਾ ਹੈ।
ਸਮਰਾਟ ਹਰਸ਼ਵਰਧਨ ਨੇ 2 ਮਹਾਨ ਧਾਰਮਿਕ ਕਾਨਫਰੰਸ ਕਰਾਈਆਂ ਸੀ। ਹਾਂਜੀ, ਉਹ ਪਹਿਲਾਂ ਮੇਨ ਉਹਦਾ ਪ੍ਰਯਾਗ ਵਿੱਚ ਹੀ ਕਰਾਉਂਦਾ ਸੀਗਾ। 6 ਵਾਰ ਉਸਨੇ ਜਿਹੜੀਆਂ ਉੱਥੇ ਕਾਨਫਰੰਸ ਕਰਾਈਆਂ ਸੀ ਤੇ ਇੱਕ ਕਨੌਜ ਵਿੱਚ ਕਰਾਈ ਸੀ 643 ਦੇ ਵਿੱਚ। ਠੀਕ ਹੈ, ਇਹਨੂੰ ਪੰਜਵੀਂ ਕਿਹਾ ਜਾਂਦਾ, ਕਨੌਜ ਵਾਲੀ ਨੂੰ ਬੋਧੀ ਸਭਾ ਕਿਹਾ ਜਾਂਦਾ। ਨਾਗਨੰਦ ਰਤਨਾਵਲੀ ਤੇ ਪ੍ਰਿਯਦਰਸ਼ਕਾ, ਇਹ ਨਾਟਕਾਂ ਦਾ ਨਾਟਕਕਾਰ ਕੌਣ ਸੀਗਾ? ਇਹਦਾ ਸੀਗਾ ਜੀ ਹਰਸ਼ਵਰਧਨ। ਠੀਕ ਹੈ ਜੀ। ਹਰਸ਼ਵਰਧਨ ਨੇ ਆਪਣੀ ਧਾਰਮਿਕ ਸਭਾ ਉਹ ਕਿੱਥੇ ਰੱਖਿਆ ਕਰਦਾ ਸੀਗਾ? ਹਾਂਜੀ, ਧਾਰਮਿਕ ਸਭਾ ਉਹ ਜਿਹੜਾ ਹੈ ਪ੍ਰਯਾਗ, ਜਿਹਨੂੰ ਇਲਾਹਾਬਾਦ ਕਹਿੰਦੇ ਆਪਾਂ, ਉਹਦੇ ਵਿੱਚ ਰੱਖਿਆ ਕਰਦਾ ਸੀ। ਹਰਸ਼ ਅਤੇ ਪੁਲਕੇਸ਼ਨ ਦੂਜੇ ਦੇ ਵਿਚਕਾਰ ਜੋ ਟਕਰਾਅ, ਇਹਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਆਪਾਂ ਨੂੰ? ਇਹ ਹੋਲ ਸ਼ਿਲਾਲੇਖ ਤੋਂ ਮਿਲਦੀ ਹੈ ਤੇ ਰਵੀ ਕੀਰਤੀ ਇਸ ਦਾ ਲੇਖਕ ਸੀਗਾ। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਰਸ਼ ਦੇ ਰਾਜ ਦੌਰਾਨ ਭਾਰਤ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਕਿਹੜਾ ਸੀ? ਉਹ ਸੀ ਕਨੌਜ ਜੀ। ਠੀਕ ਹੈ ਜੀ, ਇਹ ਕਨੌਜ ਹੈ ਜਿਹਦੇ ਲਈ ਤ੍ਰੈਪੱਖੀ ਯੁੱਧ ਹੋਇਆ ਸੀਗਾ। ਪ੍ਰਤੀਹਾਰ ਤੇ ਰਾਸ਼ਟਰਕੂਟ ਰਾਜੇ ਸੀ ਤੇ ਪਾਲ ਪ੍ਰਤੀਹਾਰ ਤੇ ਰਾਸ਼ਟਰਕੂਟ ਦੇ ਵਿਚਕਾਰ ਇਹ ਯੁੱਧ ਹੋਇਆ ਸੀ, ਜਿਹਦੇ ਵਿੱਚ ਰਾਸ਼ਟਰਕੂਟ ਦੀ ਜਿੱਤ ਹੋਈ ਸੀ। ਉਹਨਾਂ ਨੇ ਕਨੌਜ ਤੇ ਕਬਜ਼ਾ ਕਰ ਲਿਆ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ। ਕਿਸ ਚੀਨੀ ਯਾਤਰੀ ਨੂੰ ਮੌਜੂਦਾ ਸ਼ਾਕਸ਼ਯਮੁਨੀ ਜਾਂ ਯਾਤਰੀਆਂ ਦਾ ਰਾਜਕੁਮਾਰ ਵਜੋਂ ਜਾਣਿਆ ਜਾਂਦਾ ਹੈ? ਉਹ ਹਿਊਨ-ਸਾਂਗ ਹੈ, ਇਸ ਨੂੰ ਜਾਣਿਆ ਜਾਂਦਾ ਜੀ। ਠੀਕ ਹੈ ਜੀ, ਧਿਆਨ 'ਚ ਰੱਖਣਾ। ਇਹ ਹੋਲ ਸ਼ਿਲਾਲੇਖ ਦਾ ਰਚਨਾਕਾਰ ਕੌਣ ਸੀ? ਹਾਂਜੀ, ਇਹਦਾ ਜਿਹੜਾ ਰਚਨਾਕਾਰ ਸੀ ਰਵੀ ਕੀਰਤੀ ਸੀ। ਹਰਸ਼ਵਰਧਨ ਦੇ ਸਮੇਂ ਭਾਰਤ ਵਿੱਚ ਕਿਹੜਾ ਚੀਨੀ ਯਾਤਰੀ ਆਇਆ ਸੀ? ਠੀਕ ਹੈ ਜੀ, ਹਰਸ਼ਵਰਧਨ ਦੇ ਸਮੇਂ ਜਿਹੜਾ ਹੈ ਹਿਊਨ-ਸਾਂਗ ਜਿਹੜਾ ਉਹ ਆਇਆ ਸੀ। ਹਾਹੇ ਤੇ ਹਰਸ਼, ਹਾਏ ਤੇ ਹਿਊਨ, ਇਹ ਧਿਆਨ ਰੱਖਣਾ ਜੀ। ਭਾਰਤ ਆਉਣ ਵਾਲੇ ਯਾਤਰੀਆਂ ਨੂੰ ਕਾਲ ਅਨੁਸਾਰ ਲਗਾਉਣਾ ਆਪਾਂ, ਨਹੀਂ ਦੱਸਣਾ ਹੈ ਵੀ ਪਹਿਲਾਂ ਕਿਹੜਾ ਆਏਗਾ ਬਾਅਦ ਵਿੱਚ ਕਿਹੜਾ ਆਏਗਾ। ਹਾਂਜੀ, ਸਭ ਤੋਂ ਪਹਿਲਾਂ ਮੈਕਸਥਨੀਜ਼ ਦੀ ਗੱਲ ਕਰਦੇ ਹਾਂ। ਇਹ ਮੌਰੀਆ ਜਿਹੜਾ ਰਾਜਵੰਸ਼ ਦੇ ਦੌਰਾਨ ਠੀਕ ਆਇਆ ਸੀ, ਚੰਦਰਗੁਪਤ ਮੌਰੀਆ ਦੇ ਦੌਰਾਨ ਆਇਆ ਸੀ। ਹਿਊਨ-ਸਾਂਗ ਹਰਸ਼ਵਰਧਨ ਦੇ ਕਾਲ ਵਿੱਚ ਆਇਆ ਸੀ। ਠੀਕ ਹੈ ਜੀ। ਤੇ ਫਾਈਆਨ ਆ ਜਿਹੜਾ ਇਹ ਚੰਦਰਗੁਪਤ ਦਵਿਤੀਏ ਗੁਪਤ ਸ਼ਾਸਨ ਦੇ ਵਿੱਚ ਪੀਰੀਅਡ ਦੇ ਦੌਰਾਨ ਆਇਆ ਸੀ। ਚੰਦਰਗੁਪਤ ਦਵਿਤੀਏ ਦੇ ਵਿੱਚ ਜਿਹੜਾ ਇੱਕ ਸਿੰਘ ਸੀਗਾ, ਉਹ ਜਦੋਂ ਹਿਊਨ-ਸਾਂਗ ਫੇਰੀ ਪਾ ਕੇ ਚਲਾ ਜਾਂਦਾ ਹੈ, ਉਸ ਤੋਂ ਬਾਅਦ ਇਹ ਹੁੰਦਾ। ਠੀਕ ਹੈ, ਇਸ ਤੋਂ ਬਾਅਦ ਹੁੰਦਾ। ਫਿਰ ਆਪਾਂ ਜੇ ਇਹਨੂੰ ਸੀਰੀਅਲ ਵਾਈਜ਼ ਲਗਾਵਾਂਗੇ ਤਾਂ ਸਭ ਤੋਂ ਪਹਿਲਾਂ ਮੈਕਸਥਨੀਜ਼ ਆਏਗਾ। ਇਹਨੂੰ 1 2 3 ਤੇ 4 ਦੇ ਦਿੰਦੇ ਆ। ਸਭ ਤੋਂ ਪਹਿਲਾਂ 1 ਆਏਗਾ, ਫਿਰ ਉਸ ਤੋਂ ਬਾਅਦ ਗੁਪਤ ਵੰਸ਼ ਨਾਲ ਆਏਗਾ 3 ਆਏਗਾ, ਫਿਰ 2 ਆਏਗਾ ਤੇ ਫਿਰ 4 ਆਏਗਾ। ਇਸ ਤਰੀਕੇ ਨਾਲ ਇਹਦਾ ਸੀਰੀਅਲ ਕ੍ਰਮ ਲੱਗੇਗਾ। ਇਹ ਤੁਸੀਂ ਦੇਖ ਲੈਣਾ ਧਿਆਨ ਨਾਲ। ਹਿਊਨ-ਸਾਂਗ ਭਾਰਤ ਵਿੱਚ ਕਿੰਨੇ ਸਾਲ ਰਿਹਾ? ਇਹ ਜੀ ਆਪਣੇ ਕੋਲ 629 ਦੇ ਵਿੱਚ ਆਇਆ ਸੀਗਾ ਤੇ 643 ਤੱਕ ਲਗਭਗ 14.5-15 ਸਾਲ ਇਹ ਭਾਰਤ ਵਿੱਚ ਰਿਹਾ। ਠੀਕ ਹੈ ਜੀ, ਧਿਆਨ ਰੱਖਣਾ। ਹਰਸ਼ਵਰਧਨ ਆਪਣੇ ਜੇਤੂ ਜੀਵਨ ਦੇ ਵਿੱਚ ਕੇਵਲ ਪੁਲਕੇਸ਼ਨ ਤੋਂ ਹਾਰਿਆ ਸੀ। ਪੁਲਕੇਸ਼ਨ ਕਿੱਥੋਂ ਦਾ ਰਾਜਾ ਸੀ, ਕਿੱਥੋਂ ਦਾ ਸ਼ਾਸਕ ਸੀ? ਚਾਲਕਿਆ ਵੰਸ਼ ਨਾਲ ਸੰਬੰਧਿਤ ਸੀ ਤੇ ਵਤਾਪੀ ਜਾਂ ਬਦਾਮੀ ਇਹਨਾਂ ਦੀ ਰਾਜਧਾਨੀ ਸੀ। ਹਰਸ਼ਵਰਧਨ ਨੇ 606 ਈਸਵੀ ਦੇ ਵਿੱਚ ਹਰਸ਼ ਸੰਮਤ ਦੀ ਸ਼ੁਰੂਆਤ ਕੀਤੀ ਸੀਗੀ। ਠੀਕ ਹੈ, 606 ਦੇ ਵਿੱਚ ਉਹਨੇ ਅਹੁਦਾ ਸੰਭਾਲਿਆ ਸੀ, ਰਾਜ ਸੰਘਾਸ਼ਨ ਸੰਭਾਲਿਆ ਸੀ ਉਸ ਮੌਕੇ ਤੇ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਵਰਧਨ ਰਾਜਵੰਸ਼ ਦੀ ਰਾਜਧਾਨੀ ਥਾਨੇਸ਼ਵਰ ਤੋਂ ਕਨੌਜ ਕਿਸ ਨੇ ਤਬਦੀਲ ਕੀਤੀ ਸੀ? ਇਹ ਹਰਸ਼ਵਰਧਨ ਨੇ ਤਬਦੀਲ ਕੀਤੀ ਸੀ। ਬੰਗਾਲ ਦਾ ਕਿਹੜਾ ਸ਼ਾਸਕ ਹਰਸ਼ ਦਾ ਸਮਕਾਲੀਨ ਸੀ? ਹੁਣ ਦੇਖਦੇ ਹਾਂ ਆਪਾਂ, ਪੁਲਕੇਸ਼ਨ ਦਵਿਤੀਏ ਉਹ ਵੀ ਸਮਕਾਲੀਨ ਸੀ, ਧਰੂਪ ਸੈਨ ਵੀ ਸਮਕਾਲੀਨ ਸੀ ਤੇ ਸ਼ਸ਼ਾਂਕ ਹੈ ਜਿਹੜਾ ਬੰਗਾਲ ਦਾ ਸ਼ਾਸਕ ਸੀਗਾ। ਇਹਦਾ ਰਾਈਟ ਆਨਸਰ ਆਊਗਾ ਬੀ। ਠੀਕ ਹੈ ਜੀ, ਧਿਆਨ ਰੱਖਣਾ। ਧਰੂਪ ਸੈਨ ਵਲਭੀ ਦਾ ਸੀਗਾ। ਠੀਕ ਹੈ ਜੀ। ਪੁਲਕੇਸ਼ਨ ਜਿਹੜਾ ਦੂਜਾ ਸੀਗਾ ਉਹ ਚਾਲਕਿਆ ਵੰਸ਼ ਨਾਲ ਸੰਬੰਧਿਤ ਸੀਗਾ। ਹੇਠਾਂ ਦਿੱਤੇ ਵਿੱਚੋਂ ਆਖਰੀ ਬੋਧੀ ਰਾਜਾ ਕੌਣ ਸੀ ਜੋ ਸੰਸਕ੍ਰਿਤ ਦਾ ਮਹਾਨ ਵਿਦਵਾਨ ਸੀ? ਠੀਕ ਹੈ ਜੀ, ਉਹ ਹਰਸ਼ਵਰਧਨ ਸੀਗਾ। ਇਹ ਧਿਆਨ ਰੱਖਣਾ ਹੈ, ਸੰਸਕ੍ਰਿਤ ਦਾ ਮਹਾਨ ਵਿਦਵਾਨ ਸੀ ਤੇ ਆਖਰੀ ਬੋਧੀ ਰਾਜਾ ਸੀ। 641 ਈਸਵੀ ਦੇ ਵਿੱਚ ਚੀਨ ਦੇ ਰਾਜੇ ਨੂੰ ਰਾਜਦੂਤ ਕਿਸ ਨੇ ਭੇਜਿਆ ਸੀ? 641 ਦੇ ਵਿੱਚ ਇਹ ਸ਼ਾਸਨ ਪੀਰੀਅਡ ਸੀ ਹਰਸ਼ਵਰਧਨ ਦਾ। ਹਰਸ਼ਵਰਧਨ ਨੇ ਆਪਣੀ ਧਾਰਮਿਕ ਸਭਾ ਉਹ ਕਿੱਥੇ ਰੱਖੀ ਸੀ? ਧਾਰਮਿਕ ਸਭਾ ਉਹ ਹਮੇਸ਼ਾ ਆਪਣੇ ਪ੍ਰਯਾਗ ਵਿੱਚ ਰੱਖਦਾ ਸੀ, ਇਲਾਹਾਬਾਦ ਵਿੱਚ ਰੱਖਦਾ ਸੀ। ਬਾਣਭੱਟ ਕਿਸ ਬਾਦਸ਼ਾਹ ਦਾ ਸ਼ਾਹੀ ਦਰਬਾਰੀ ਸੀ? ਹਾਂਜੀ, ਇਹ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ। ਹਰਸ਼ਵਰਧਨ ਨੇ ਆਪਣੇ ਸਾਮਰਾਜ ਦੀ ਰਾਜਧਾਨੀ ਥਾਨੇਸ਼ਵਰ ਤੋਂ ਕਿੱਥੇ ਤਬਦੀਲ ਕੀਤੀ ਸੀ? ਇਹ ਕਨੌਜ ਲੈ ਗਿਆ ਸੀ। ਠੀਕ ਹੈ ਜੀ। ਇਹਨਾਂ ਵਿੱਚੋਂ ਕਿਸ ਦਾ ਨਾਂ ਸ਼ਿਲਾਦਿੱਤਿਆ ਸੀ? ਠੀਕ ਹੈ ਜੀ, ਸ਼ਿਲਾਦਿੱਤਿਆ ਉਹ ਹਰਸ਼ਵਰਧਨ ਨੂੰ ਕਿਹਾ ਜਾਂਦਾ ਸੀ ਤੇ ਹਿਊਨ-ਸਾਂਗ ਨੇ ਇਸ ਨੂੰ ਇਹ ਨਾਮ ਦਿੱਤਾ ਸੀ। ਠੀਕ ਹੈ ਜੀ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। ਪ੍ਰਸ਼ਾਸਨਿਕ ਇਕਾਈਆਂ। ਹਰਸ਼ਵਰਧਨ ਨੇ ਸ਼ਾਸਨ ਪ੍ਰਬੰਧ ਦੀ ਸਹੂਲਤ ਦੇ ਲਈ ਆਪਣੇ ਸਾਮਰਾਜ ਨੂੰ ਭੁਗਤੀਆਂ ਦਾ ਮਤਲਬ ਹੁੰਦਾ ਹੈ ਪ੍ਰਾਂਤ ਜਾਂ ਸੂਬੇ, ਵਿਸ਼ੇ ਦਾ ਮਤਲਬ ਹੁੰਦਾ ਹੈ ਜ਼ਿਲ੍ਹੇ ਤੇ ਗ੍ਰਾਮਾਂ ਦੇ ਵਿੱਚ ਵੰਡਿਆ ਹੋਇਆ ਸੀ। ਭੁਗਤੀ ਪ੍ਰਾਂਤ ਦੇ ਮੁਖੀ ਨੂੰ ਉਪਹਾਰਿਕ ਕਹਿੰਦੇ ਸੀ ਤੇ ਆਮ ਤੌਰ ਤੇ ਇਹ ਰਾਜ ਪਰਿਵਾਰ ਦੇ ਨਾਲ ਹੀ ਸੰਬੰਧਿਤ ਹੁੰਦਾ ਸੀ। ਉਪਹਾਰਿਕ ਇਸ ਦਾ ਮੁੱਖ ਕੰਮ ਭੁਗਤੀ ਦੇ ਵਿੱਚ ਪ੍ਰਾਂਤ ਦੇ ਵਿੱਚ ਸ਼ਾਂਤੀ ਤੇ ਕਾਨੂੰਨੀ ਵਿਵਸਥਾ ਬਣਾਈ ਰੱਖਣਾ ਤੇ ਰਾਜੇ ਦੇ ਆਦੇਸ਼ਾਂ ਨੂੰ ਲਾਗੂ ਕਰਨਾ ਸੀ। ਠੀਕ ਹੈ ਜੀ। ਭੁਗਤੀ ਨੂੰ ਅੱਗੇ ਜ਼ਿਲ੍ਹਿਆਂ ਜਾਂ ਵਿਸ਼ਿਆਂ ਦੇ ਵਿੱਚ ਵੰਡਿਆ ਜਾਂਦਾ ਸੀ। ਹਰ ਵਿਸ਼ੇ ਦੇ ਮੁਖੀ ਨੂੰ ਵਿਸ਼ੇਪਤੀ ਕਿਹਾ ਜਾਂਦਾ ਸੀ। ਇਸ ਦੀ ਨਿਯੁਕਤੀ ਉਪਹਾਰਿਕ ਦੁਆਰਾ ਕੀਤੀ ਜਾਂਦੀ ਸੀ। ਇਹ ਧਿਆਨ 'ਚ ਰੱਖਣਾ ਜੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਗ੍ਰਾਮ ਸੀ, ਪਿੰਡ ਸੀ। ਗ੍ਰਾਮ ਦੇ ਮੁਖੀ ਨੂੰ ਗ੍ਰਾਮ ਕਿਹਾ ਜਾਂਦਾ ਸੀ ਤੇ ਉਸ ਦੀ ਸਹਾਇਤਾ ਦੇ ਲਈ ਇੱਕ ਪੰਚਾਇਤ ਹੁੰਦੀ ਸੀ। ਹਾਂਜੀ, ਜਿਹੜੀ ਪ੍ਰਸ਼ਾਸਨਿਕ ਇਕਾਈ ਹੈ ਜਿਹੜੀ ਹਰਸ਼ਵਰਧਨ ਦੀ ਜਮਾਂ ਸੇਮ ਡਿਟੋ ਗੁਪਤ ਸਾਮਰਾਜ ਦੀ ਹੈ। ਠੀਕ ਹੈ ਜੀ। ਗੁਪਤ ਸਾਮਰਾਜ ਦੇ ਵਿੱਚ ਵੀ ਅਜਿਹਾ ਹੁੰਦਾ ਸੀ। ਸਾਮਰਾਜ ਨੂੰ ਵੰਡਿਆ ਜਾਂਦਾ ਸੀਗਾ ਭੁਗਤੀ ਵਿੱਚ, ਭੁਗਤੀ ਨੂੰ ਗਾਂ ਵੰਡਿਆ ਜਾਂਦਾ ਸੀ ਵਿਸ਼ੇ ਦੇ ਵਿੱਚ ਤੇ ਵਿਸ਼ੇ ਨੂੰ ਗਾਂ ਵੰਡਿਆ ਜਾਂਦਾ ਸੀ ਗ੍ਰਾਮ ਦੇ ਵਿੱਚ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਰਸ਼ਵਰਧਨ ਦੇ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਸੀ? ਗ੍ਰਾਮ। ਠੀਕ ਕਥਨ ਦੀ ਚੋਣ ਕਰਨੀ ਹੈ। ਹਾਂਜੀ, ਸਭ ਤੋਂ ਵੱਡਾ ਗ੍ਰਾਮ, ਸਭ ਤੋਂ ਛੋਟਾ ਬਿਲਕੁਲ ਸਹੀ ਹੈ। ਆ ਗਲਤ ਹੋ ਗਿਆ ਜੀ, ਆ ਵੀ ਗਲਤ ਹੋ ਗਿਆ, ਆ ਗ੍ਰਾਮ ਠੀਕ ਹੈ। ਸਭ ਤੋਂ ਵੱਡਾ ਭੁਗਤੀ ਹੁੰਦਾ, ਇੱਥੇ ਵਿਸ਼ੇ ਪਾਇਆ, ਇਹ ਵੀ ਗਲਤ ਹੋ ਗਿਆ ਜੀ। ਠੀਕ ਹੈ, ਤੇ ਰਾਈਟ ਆਨਸਰ ਆਪਣੇ ਕੋਲ ਆਏਗਾ। ਭੁਗਤੀ ਨੂੰ ਗਾਂ ਵਿਸ਼ਿਆਂ ਵਿੱਚ ਵੰਡਿਆ ਜਾਂਦਾ ਸੀ, ਜ਼ਿਲ੍ਹਿਆਂ 'ਚ, ਜ਼ਿਲ੍ਹੇ ਨੂੰ ਗਾਂ ਗ੍ਰਾਮ ਵਿੱਚ। ਠੀਕ ਹੈ, ਇਹ ਧਿਆਨ ਰੱਖਣਾ। ਹਰਸ਼ਵਰਧਨ ਦਾ ਪ੍ਰਸ਼ਾਸਨਿਕ ਪ੍ਰਬੰਧ ਕਿਸ ਸਾਮਰਾਜ ਦੇ ਨਾਲ ਮੇਲ ਖਾਂਦਾ ਸੀ? ਹਾਂਜੀ, ਬਿਲਕੁਲ ਡਿਟੋ ਸੀ, ਸੇਮ ਗੁਪਤ ਸਾਮਰਾਜ ਦੇ ਨਾਲ। ਹਾਂਜੀ, ਸੋਰਸਸ ਆਫ ਐਕਸਪੈਂਡੀਚਰ, ਸੋਰਸਸ ਆਫ ਇਨਕਮ।
ਠੀਕ ਹੈ। ਇਨਕਮ ਦੇ ਕਿਹੜੇ ਜਿਹੜੇ ਸੋਰਸਸ ਸੀ ਆਮਦਨ ਦੇ ਸਾਧਨ। ਹਰਸ਼ਵਰਧਨ ਦੀ ਆਮਦਨ ਦਾ ਮੁੱਖ ਜਿਹੜਾ ਸਾਧਨ ਸੀ ਉਹ ਭੂਮੀ ਕਰ ਸੀ, ਤੇ ਜਿਹਨੂੰ ਆਪਾਂ ਲਗਾਨ ਕਹਿੰਦੇ ਆ, ਤੇ ਇਹ ਉਪਜ ਦਾ 1/6ਵਾਂ ਹਿੱਸਾ ਲਿਆ ਜਾਂਦਾ ਸੀ। ਤੇ ਭੂਮੀ ਕਰ ਨੂੰ ਹਰਸ਼ਵਰਧਨ ਦੇ ਸਮੇਂ ਦੇ ਦੌਰਾਨ ਭਾਗ ਕਿਹਾ ਜਾਂਦਾ ਸੀ, ਤੇ ਇਹ ਅਨਾਜ ਦੇ ਰੂਪ ਦੇ ਵਿੱਚ ਇਹ ਲਿਆ ਜਾਂਦਾ ਸੀ, ਫਸਲ ਦੇ ਰੂਪ ਦੇ ਵਿੱਚ ਇਹ ਲਿਆ ਜਾਂਦਾ ਸੀ। ਇਸ ਤੋਂ ਬਿਨਾਂ ਜਿਹੜੀ ਹਰਸ਼ਵਰਧਨ ਦੀ ਆਮਦਨ ਦੇ ਸਰੋਤ ਦੇ ਵਿੱਚ ਅਪਰਾਧੀਆਂ ਤੋਂ ਜੁਰਮਾਨੇ ਲਏ ਜਾਂਦੇ ਸੀ, ਵਪਾਰਿਕ ਵਸਤਾਂ ਤੇ ਚੁੰਗੀ ਕਰ ਜਾਂ ਵਿਕਰੀ ਕਰ ਵੀ ਲਗਾਇਆ ਜਾਂਦਾ ਸੀ। ਇਸ ਤੋਂ ਇਲਾਵਾ ਰਾਜੇ ਨੂੰ ਕਈ ਕਿਸਮ ਦੇ ਤੋਹਫੇ ਪ੍ਰਾਪਤ ਹੁੰਦੇ ਸੀ, ਇੱਥੋਂ ਵੀ ਆਮਦਨ ਪ੍ਰਾਪਤ ਹੁੰਦੀ ਸੀ। ਠੀਕ ਹੈ ਜੀ, ਧਿਆਨ 'ਚ ਰੱਖਣੀ ਹੈ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਹੁਣ ਗੱਲ ਕਰਦੇ ਹਾਂ ਖਰਚੇ ਦੀ। ਜਿਹੜਾ ਹਰਸ਼ਵਰਧਨ ਦੀ ਸਰਕਾਰ ਹੈ ਜਿਹੜਾ ਉਹਦੇ ਵਿੱਚ ਜਿੰਨੀ ਆਮਦਨ ਪ੍ਰਾਪਤ ਹੁੰਦੀ ਸੀ ਉਹਨੂੰ 4 ਭਾਗਾਂ ਵਿੱਚ ਵੰਡਿਆ ਜਾਂਦਾ ਸੀ। ਪਹਿਲੇ ਭਾਗ ਦੇ ਵਿੱਚ ਜਿਹੜੀ ਆਮਦਨ ਹੈ ਉਹ ਰਾਜ ਦੇ ਕੰਮਾਂ ਦੇ ਉੱਪਰ ਖਰਚ ਕੀਤੀ ਜਾਂਦੀ ਸੀ ਜਾਂ ਸ਼ਾਹੀ ਪਰਿਵਾਰ ਦੇ ਲਈ ਖਰਚ ਕੀਤੀ ਜਾਂਦੀ ਸੀ। ਦੂਸਰੇ ਭਾਗ ਦੇ ਵਿੱਚ ਜਿਹੜੀ ਆਮਦਨ ਹੈ ਉਹ ਮੰਤਰੀਆਂ ਜਾਂ ਰਾਜ ਦੇ ਕਰਮਚਾਰੀਆਂ ਨੂੰ ਤਨਖਾਹ ਦੇ ਵਿੱਚ ਦਿੱਤੀ ਜਾਂਦੀ ਸੀ, ਜਾਣੀ ਕਿ ਪ੍ਰਸ਼ਾਸਨਿਕ ਕੰਮਾਂ ਦੇ ਲਈ ਵਰਤੀ ਜਾਂਦੀ ਸੀ। ਤੀਸਰੇ ਭਾਗ ਦੇ ਵਿੱਚ ਜਿਹੜੀ ਆਮਦਨ ਹੈ ਉਹ ਦਾਨ ਦੇ ਰੂਪ ਵਿੱਚ ਭਿਕਸ਼ੂਆਂ ਤੇ ਬ੍ਰਾਹਮਣਾਂ ਨੂੰ ਦਿੱਤੀ ਜਾਂਦੀ ਸੀ, ਬੋਧੀ ਭਿਕਸ਼ੂਆਂ ਤੇ ਬ੍ਰਾਹਮਣਾਂ ਨੂੰ। ਚੌਥੇ ਭਾਗ ਦੇ ਵਿੱਚ ਜਿਹੜੀ ਆਮਦਨ ਹੈ ਉਹ ਵਿਦਵਾਨਾਂ ਨੂੰ ਦਿੱਤੀ ਜਾਂਦੀ ਸੀ, ਵਿਦਵਾਨਾਂ ਦੇ ਨਾਲ ਨਾਲ ਗਰੀਬ ਤਬਕੇ ਦੇ ਲੋਕਾਂ ਨੂੰ ਵੀ ਦਿੱਤੀ ਜਾਂਦੀ ਸੀ। ਠੀਕ ਹੈ ਜੀ, ਧਿਆਨ ਰੱਖਣਾ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਰਸ਼ਵਰਧਨ ਦੇ ਰਾਜ ਵਿੱਚ ਆਮਦਨ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਸੀ? ਟੋਟਲ 4 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸੀ। ਹਰਸ਼ਵਰਧਨ ਦੇ ਕਾਲ ਵਿੱਚ ਲਗਾਨ ਜਾਂ ਭੂਮੀ ਕਰ ਦੀ ਦਰ ਕੀ ਸੀ? 1/6 ਸੀ। ਹਰਸ਼ਵਰਧਨ ਦੇ ਰਾਜ ਵਿੱਚ ਭੂਮੀ ਕਰ ਵਸੂਲ ਕੀਤਾ ਜਾਂਦਾ ਸੀ। ਹਾਂਜੀ, ਇਹ ਅਨਾਜ ਉਪਜ ਜਾਂ ਫਸਲ ਦੇ ਰੂਪ ਵਿੱਚ ਪ੍ਰਾਪਤ ਕੀਤਾ ਜਾਂਦਾ ਸੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਸੈਨਿਕ ਪ੍ਰਬੰਧ। ਹਰਸ਼ਵਰਧਨ ਦਾ ਸੈਨਿਕ ਪ੍ਰਬੰਧ ਬਹੁਤ ਚੰਗਾ ਸੀ। ਉਸ ਦੀ ਇੱਕ ਸ਼ਕਤੀਸ਼ਾਲੀ ਤੇ ਅਨੁਸ਼ਾਸਿਤ ਸੈਨਾ ਉਹਦੇ ਕੋਲ ਸੀ। ਉਸ ਕੋਲ 1 ਲੱਖ ਘੋੜ ਸਵਾਰ ਸੀ, 40,000 ਹਾਥੀ ਸੀ, 50,000 ਪੈਦਲ ਸੈਨਾ ਸੀ। ਹਾਂਜੀ, ਜਿਹੜੇ ਗਜ ਸੈਨਾ ਜਾਂ ਹਾਥੀ ਸੈਨਾ ਦਾ ਜਿਹੜਾ ਵਰਣਨ ਹੈ ਉਹ ਈਹੋਲ ਸ਼ਿਲਾਲੇਖ ਤੇ ਵੀ ਮਿਲਦਾ ਹੈ। ਰਵੀ ਕੀਰਤੀ ਨੇ ਲਿਖਿਆ ਹੈ, ਜਦੋਂ ਉਹ ਨਰਮਦਾ ਨਦੀ ਦੇ ਤੱਟ ਤੇ ਪੁਲਕੇਸ਼ਨ ਦੂਜੇ ਦੇ ਨਾਲ ਯੁੱਧ ਲੜਦਾ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਉਸ ਸਮੇਂ ਰਾਜੇ ਉਸ ਦੇ ਅਧੀਨ ਜਿਹੜੇ ਰਾਜੇ ਹੈ ਉਹ ਵੀ ਹਰਸ਼ਵਰਧਨ ਨੂੰ ਸੈਨਾ ਭੇਜਦੇ ਸੀ। ਤੇ ਆਪਾਂ ਇਹ ਪੜ੍ਹਿਆ, ਇਹ ਹੋਲ ਸ਼ਿਲਾਲੇਖ ਵਿੱਚ ਲਿਖਿਆ ਗਿਆ ਵੀ 5 ਸੂਬਿਆਂ ਦੀਆਂ ਜਿਹੜੀ ਸੈਨਾ ਹੈ ਉਹ ਆਪਣੇ ਨਾਲ ਲੈ ਕੇ ਉਸਨੇ ਪੁਲਕੇਸ਼ਨ ਦੂਜੇ ਦੇ ਨਾਲ ਯੁੱਧ ਲੜਿਆ ਸੀ। ਆਪਣੀ ਸ਼ਕਤੀਸ਼ਾਲੀ ਸੈਨਾ ਦੇ ਕਾਰਨ ਹਰਸ਼ਵਰਧਨ ਆਪਣੇ ਸਾਮਰਾਜ ਦਾ ਵਿਸਥਾਰ ਜਿਹੜਾ ਉਹ ਕਰ ਸਕਿਆ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ, ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਲਿਟਰੇਚਰ। ਹਾਂਜੀ, ਅੱਜ ਕੱਲ੍ਹ ਜਿਹੜਾ ਟੌਪਿਕ ਜਿਹੜਾ ਕੁਐਸਚਨ ਹੈ ਉਹ ਲਿਟਰੇਚਰ ਤੋਂ ਬਣ ਕੇ ਆਉਣ ਲੱਗ ਪਏ, ਇਹ ਧਿਆਨ 'ਚ ਰੱਖਣਾ ਜੀ। ਹਰਸ਼ਵਰਧਨ ਆਪ ਇੱਕ ਉੱਚ ਕੋਟੀ ਦਾ ਵਿਦਵਾਨ ਸੀ। ਉਸਨੇ ਰਤਨਾਵਲੀ, ਪ੍ਰਿਯਦਰਸ਼ਿਕਾ, ਨਾਗਾਨੰਦ ਨਾਂ ਦੇ 3 ਪ੍ਰਸਿੱਧ ਨਾਟਕ ਲਿਖੇ। ਬਾਣਭੱਟ ਉਸ ਦੇ ਦਰਬਾਰ ਦਾ ਪ੍ਰਸਿੱਧ ਵਿਦਵਾਨ ਸੀ। ਉਸਨੇ ਹਰਸ਼ਚਰਿਤ ਤੇ ਕਦੰਬਰੀ ਨਾਂ ਦੇ ਨਾਟਕ ਲਿਖ ਕੇ ਹਰਸ਼ ਦਾ ਨਾਂ ਇਤਿਹਾਸ ਦੇ ਵਿੱਚ ਅਮਰ ਬਣਾ ਦਿੱਤਾ। ਠੀਕ ਹੈ, ਧਿਆਨ ਰੱਖਣਾ, ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਬਾਣਭੱਟ ਦੀਆਂ ਰਚਨਾਵਾਂ ਦੋਨੋਂ। ਇਸ ਤੋਂ ਬਿਨਾਂ ਜੈਸੇਨ, ਦਿਵਾਕਰ, ਭਰਤਰੀ, ਹਰੀ ਉੱਚ ਕੋਟੀ ਦੇ ਵਿਦਵਾਨ ਵੀ ਹਰਸ਼ਵਰਧਨ ਦੇ ਦਰਬਾਰ ਵਿੱਚ ਸਨ। ਬਾਣਭੱਟ, ਜੈਸੇਨ, ਦਿਵਾਕਰ, ਭਰਤਰੀ, ਇਸ ਤੋਂ ਬਿਨਾਂ ਹਿਊਨ-ਸਾਂਗ। ਠੀਕ ਹੈ ਜੀ, ਇਹ ਸਾਰੇ ਇਹਦੇ ਦਰਬਾਰ ਵਿੱਚ ਸੀ। ਹਰਸ਼ਵਰਧਨ ਨੂੰ ਵਿਦਵਾਨਾਂ ਦੇ ਨਾਲ ਇੰਨਾ ਪਿਆਰ ਸੀ ਕਿ ਉਹ ਆਪਣੇ ਰਾਜ ਦੀ ਆਮਦਨ ਦਾ 4ਥਾ ਹਿੱਸਾ ਇਹਨਾਂ ਨੂੰ ਇਨਾਮ ਵਜੋਂ ਦਿੰਦਾ ਸੀ। ਨਾਲੰਦਾ ਬਿਹਾਰ ਜਿਹੜੀ ਯੂਨੀਵਰਸਿਟੀ ਉਸ ਸਮੇਂ ਦੀ ਸਭ ਤੋਂ ਪ੍ਰਸਿੱਧ ਯੂਨੀਵਰਸਿਟੀ ਸੀ ਹਰਸ਼ਵਰਧਨ ਦੇ ਕਾਲ ਵਿੱਚ, ਤੇ ਉਸ ਯੂਨੀਵਰਸਿਟੀ ਦਾ ਜਿਹੜਾ ਕੁਲਪਤੀ ਸੀਗਾ ਉਹ ਸ਼ੀਲ ਭੱਦਰ ਸੀ। ਨੋਟ ਕੀ ਕਰਨਾ ਹੈ ਵੀ ਇਸ ਨਾਲੰਦਾ ਯੂਨੀਵਰਸਿਟੀ ਦੀ ਜਿਹੜੀ ਸਥਾਪਨਾ ਹੈ ਉਹ ਗੁਪਤ ਵੰਸ਼ ਦੇ ਰਾਜੇ ਕੁਮਾਰਗੁਪਤ ਦੇ ਸ਼ਾਸਨਕਾਲ ਦੇ ਵਿੱਚ ਹੋਈ ਸੀ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। ਇਹਨਾਂ ਵਿੱਚੋਂ ਕੌਣ ਹਰਸ਼ਵਰਧਨ ਦੇ ਦਰਬਾਰ ਦਾ ਕਵੀ ਨਹੀਂ ਸੀ? ਜੈਸੇਨ ਵੀ ਸੀ, ਦਿਵਾਕਰ ਸੀ, ਬਾਣਭੱਟ ਵੀ ਸੀ, ਤੇ ਹਰੀਸੈਨ ਨਹੀਂ ਸੀ। ਹਰੀਸੈਨ ਇਹ ਉਹੀ ਦਰਬਾਰੀ ਕਵੀ ਹੈ ਸਮੁੰਦਰਗੁਪਤ ਦਾ, ਜਿਸ ਨੇ ਪ੍ਰਯਾਗ, ਇਲਾਹਾਬਾਦ ਸ਼ਿਲਾਲੇਖ ਤੇ ਉਹਦੀਆਂ ਚਿੱਤਾਂ ਦਾ ਵਰਣਨ ਕੀਤਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ। ਹੇਠਾਂ ਦਿੱਤੇ ਵਿੱਚੋਂ ਕਿਹੜਾ ਹਰਸ਼ਵਰਧਨ ਦੀ ਰਚਨਾ ਨਹੀਂ ਹੈ? ਨਾਗਾਨੰਦ, ਰਤਨਾਵਲੀ, ਪ੍ਰਿਯਦਰਸ਼ਿਕਾ। ਇਹ ਤਿੰਨੋਂ ਹੀ ਨਾਟਕ ਹੈ ਹਰਸ਼ਵਰਧਨ ਦੇ। ਹਰਸ਼ਚਰਿਤ ਤੇ ਬਾਣਭੱਟ ਦੀ ਰਚਨਾ ਹੈ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ। ਨਾਲੰਦਾ ਕਿੱਥੇ ਸਥਿਤ ਹੈ? ਨਾਲੰਦਾ ਜਿਹੜਾ ਉਸ ਸਮੇਂ ਦੀ ਪ੍ਰਸਿੱਧ ਯੂਨੀਵਰਸਿਟੀ ਸੀ, ਬਿਹਾਰ ਦੇ ਵਿੱਚ ਇਹ ਸਥਿਤ ਹੈ। ਠੀਕ ਹੈ ਜੀ। ਹਰਸ਼ਚਰਿਤ ਕਿਸ ਦੁਆਰਾ ਲਿਖਿਆ ਗਿਆ ਸੀ? ਜਿਹੜਾ ਹਰਸ਼ਚਰਿਤ ਹੈ ਉਹ ਬਾਣਭੱਟ ਨੇ ਲਿਖਿਆ ਸੀ। ਹਰਸ਼ ਦੀ ਜੀਵਨੀ ਕਿਸ ਨੇ ਲਿਖੀ ਸੀ? ਹਰਸ਼ ਦੀ ਜੀਵਨੀ ਹੈ ਜਿਹੜੀ ਉਹ ਬਾਣਭੱਟ ਨੇ ਲਿਖੀ ਸੀ, ਤੇ ਇਹ ਜੀਵਨੀ ਲਿਖ ਕੇ ਉਸਨੇ ਉਸ ਨੂੰ ਇਤਿਹਾਸ ਦੇ ਵਿੱਚ ਅਮਰ ਬਣਾ ਦਿੱਤਾ ਸੀ। ਧੰਨਵਾਦ। ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਠੀਕ ਹੈ ਜੀ, ਧੰਨਵਾਦ।